ਨਾਮ ਓਸ਼ਾਹੇ ਨਾਨਕ ਹਕ ਕੇਸ਼ ਕੇ ਨਿਆਇਦ ਚੁਨੋ ਦਿਗਰ ਦਰਵੇਸ਼ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਸਰ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਹਕ ਹਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਾ ਸ਼ਬਦ ਪੜ੍ਹ ਰਾਮ ਕਲੀ ਮਹੱਲਾ ਨਾਮ ਪ੍ਰਾਨੀ ਨਾਰਾਇਣ ਸੁਧ ਦੇਹ ਛਿਨ ਛਿਨ ਔਰ ਕਟੈ ਨਿਸਬਾਸੁਰ ਬ੍ਰਥਾ ਜਾਤ ਹੈ ਦੇਹ ਪ੍ਰਾਨੀ ਨਾਰਾਇਣ ਸੁਧ ਦੇਹ ਛਿਨ ਛਿਨ ਔਰ ਕਟੈ ਨਿਸਬਾਸੁਰ ਬ੍ਰਥਾ ਜਾਤ ਹੈ ਦੇਹ ਰਹਾਉ ਤਾਰ ਮਨੋ ਲਿਖਿਆ ਸਿਉ ਖੋਇਓ ਬਾਲ ਮਨ ਅਗਿਆਨਾ ਬਿਰਧ ਪਇਓ ਅਜੂ ਨਹੀਂ ਸਮਝੈ ਕੌਣ ਕਮਤ ਪੁਰ ਜਾਨਾ ਮਾਨਸ ਜਨਮ ਦਿਓ ਤਿਹ ਠਾਕਰ ਸੋ ਤਾ ਕਿਉ ਵਿਸਰਾਇਓ ਮੁਕਤ ਹੋਤ ਨਰ ਜਨ ਕੈ ਸਿਮਰਨ ਨਿਮਖ ਮੁਕਤ ਹੋਤ ਜਨ ਜਾਖੈ ਸਿਮਰੈ ਨਿਮਖ ਨਾ ਤਾਕੋ ਗਾਇਓ ਮਾਇਆ ਕੋ ਮਦ ਕਹ ਕਰਤ ਹੈ ਸੰਗ ਨਾ
ਚਿੰਤਾ ਮਨ ਹੋਏ ਹੈ ਅੰਤ ਸਹਾਈ ਮਾਇਆ ਕੋ ਮਤ ਕਹਾਂ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ। ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਜੋ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ, ਇਹ ਰਾਮਕਲੀ ਰਾਗ ਦੇ ਅੰਦਰ ਨਾਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤੀਸਰਾ ਸ਼ਬਦ ਹੈ। ਰਾਮਕਲੀ ਰਾਗ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤਿੰਨ ਹੀ ਪਾਵਨ ਸ਼ਬਦ ਹਨ। ਦੋਵਾਂ ਸ਼ਬਦਾਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਹੋ ਚੁੱਕੀ ਹੈ। ਇਹ ਤੀਸਰਾ ਸ਼ਬਦ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦਾ ਹੈ। ਲੜੀਵਾਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਬੇਨਤੀ ਸਤਿਗੁਰੂ ਦਸਮ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਕਰਨੀ ਹੈ। ਅੱਜ ਸਾਧ ਸੰਗਤ ਜੀ 12 ਪੋਹ ਦਾ ਦਿਨ ਹੈ ਔਰ ਅੱਜ ਤੋਂ ਪਿਛਲੀਆਂ 2 ਰਾਤਾਂ ਸਾਹਿਬਜ਼ਾਦਿਆਂ ਨੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਉਹਨਾਂ ਨੇ 10 ਪੋਹ ਦੀ ਰਾਤ ਅਤੇ 11 ਪੋਹ ਦੀ ਰਾਤ, ਜਿਹੜੀ ਆ ਰਾਤ ਲੰਘੀ ਹੈ ਇਹ 11 ਪੋਹ ਦੀ ਰਾਤ ਹੈ। ਅੱਗੇ ਜਿਹੜਾ ਦਿਨ ਚੜ੍ਹ ਰਿਹਾ ਹੈ ਇਹ 12 ਪੋਹ ਦਾ ਦਿਨ ਹੈ। ਇਹ 2 ਰਾਤਾਂ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦੇ ਨਾਲ ਬਤੀਤ ਕੀਤੀਆਂ ਤੇ ਅੱਜ ਦਾ ਜਿਹੜਾ ਦਿਨ ਹੈ, ਅੱਜ ਦਿਨੇ ਸਾਹਿਬਜ਼ਾਦਿਆਂ ਨੂੰ ਫੇਰ ਕਚਹਿਰੀ ਵਿੱਚ ਲਿਜਾਇਆ ਗਿਆ ਸੀ। 11 ਪੋਹ ਨੂੰ ਕੱਲ੍ਹ ਵੀ ਕਚਹਿਰੀ ਵਿੱਚ ਲੈ ਕੇ ਗਏ ਸੀ ਤੇ ਅੱਜ 12 ਪੋਹ ਨੂੰ ਫੇਰ ਲੈ ਕੇ ਗਏ ਸੀ ਔਰ ਕਈ ਤਰ੍ਹਾਂ ਨਾਲ ਡਰਾਇਆ ਧਮਕਾਇਆ ਕਿ ਤੁਸੀਂ ਬੱਚਿਓ ਸਰਹੰਦ ਦੇ ਸੂਬੇ ਨੂੰ ਝੁੱਕ ਕੇ ਸਲਾਮ ਕਰਨੀ ਹੈ। ਵੇਖਿਓ ਕੱਲ੍ਹ ਵਾਲੀ ਗਲਤੀ ਨਾ ਕਰਿਓ। ਜਿਵੇਂ ਕੱਲ੍ਹ ਤੁਸੀਂ ਜਾ ਕੇ ਫਤਿਹ ਬੁਲਾਈ ਸੀ, ਇਸ ਤਰ੍ਹਾਂ ਫਤਿਹ ਨਹੀਂ ਬੁਲਾਉਣੀ ਹੈ। ਤੇ ਸਾਰੀ ਰਾਤ ਸਾਧ ਸੰਗਤ ਜੀ ਉਸ ਠੰਡੇ ਬੁਰਜ ਦੇ ਵਿੱਚ, ਭਾਵੇਂ ਸਰਹੰਦ ਦੇ ਸੂਬੇ ਵੱਲੋਂ ਕਿਹਾ ਗਿਆ ਸੀ ਵੀ ਕਿਸੇ ਨੇ ਇਹਨਾਂ ਨੂੰ ਕੁਝ ਥੱਲੇ ਵਿਛਾਉਣ ਵਾਸਤੇ ਨਹੀਂ ਦੇਣਾ, ਉੱਤੇ ਲੈਣ ਵਾਸਤੇ ਨਹੀਂ ਦੇਣਾ, ਖਾਣ ਵਾਸਤੇ ਨਹੀਂ ਦੇਣਾ, ਪੀਣ ਵਾਸਤੇ ਨਹੀਂ ਦੇਣਾ, ਪਰ ਸਾਰੇ ਲੋਕ ਜ਼ਾਲਮ ਨਹੀਂ ਹੁੰਦੇ ਹਨ, ਸਾਰੇ ਲੋਕ ਨਿਰਦਈ ਨਹੀਂ ਹੁੰਦੇ ਹਨ। ਕੋਈ ਵੀ ਧਰਮ ਹੈ, ਮਜ਼ਹਬ ਹੈ, ਉਹਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ ਹਨ।
ਉੱਥੇ ਜ਼ਿਕਰ ਆਉਂਦਾ ਹੈ ਕਿ ਬਾਬਾ ਮੋਤੀ ਰਾਮ ਜੀ ਮਹਿਰਾ, ਉਹਨਾਂ ਨੇ ਆਪਣੇ ਘਰੇ ਆਪਣੀ ਪਤਨੀ ਦੇ ਨਾਲ ਸਲਾਹ ਕਰਕੇ ਹਿਰਦੇ ਦੇ ਵਿੱਚ ਭਾਵਨਾ ਪੈਦਾ ਹੋਈ, ਗੁਰੂ ਕੇ ਲਾਲਾਂ ਦਾ ਪਿਆਰ ਪੈਦਾ ਹੋਇਆ ਵੀ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ, ਤਿਲਕ ਜੰਝੂ ਦੀ ਰਾਖੀ ਵਾਸਤੇ, ਸਾਡੇ ਮੰਦਰਾਂ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਜੀ ਨੂੰ ਹੀ ਕੁਰਬਾਨ ਕਰ ਦਿੱਤਾ। ਕਿਉਂਕਿ ਦਸਮ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ ਬਚਿੱਤਰ ਨਾਟਕ ਬਾਣੀ ਦੇ ਵਿੱਚੋਂ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਹਿਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਆਖਿਆ ਜਿਸ ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਆਪਣੇ ਪਿਤਾ ਜੀ ਕੁਰਬਾਨ ਕੀਤੇ, ਅੱਜ ਜ਼ਾਲਮ ਸਰਕਾਰ ਉਹਨਾਂ ਸਤਿਗੁਰਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ। ਉਸ ਗੁਰੂ ਸਾਹਿਬ ਜੀ ਦੇ ਛੋਟੇ ਛੋਟੇ ਬੱਚੇ ਤੇ ਬਜ਼ੁਰਗ ਮਾਤਾ ਠੰਡੇ ਬੁਰਜ ਦੇ ਵਿੱਚ ਹੈ। ਪਤਾ ਲੱਗਾ ਹੈ ਕਿ ਸਰਹੰਦ ਦੇ ਸੂਬੇ ਨੇ ਆਖਿਆ ਇਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਨਹੀਂ ਦੇਣਾ। ਘਰੇ ਸਲਾਹ ਕਰਦਾ ਹੈ ਭਾਈ ਮੋਤੀ ਰਾਮ, ਕਹਿੰਦਾ ਹੈ ਕਿੰਨੀ ਕਹਿਰਾਂ ਦੀ ਠੰਡ ਹੈ, ਸਰੀਰ ਨੂੰ ਚੀਰਦੀ ਜਾਂਦੀ ਹੈ, ਹੱਡਾਂ ਨੂੰ ਚੀਰਦੀ ਜਾਂਦੀ ਹੈ, ਠੰਡੇ ਬੁਰਜ ਵਿੱਚ ਤਾਂ ਇਦੋਂ ਵੀ ਜ਼ਿਆਦਾ ਲੱਗਦੀ ਹੈ ਠੰਡ, ਚਾਰ ਚਫੇਰਿਓਂ ਸੀਤ ਲਹਿਰ ਵਗਦੀ ਹੈ। ਤੇ ਆਪਾਂ ਕੋਈ ਗੁਰੂ ਕੇ ਲਾਲਾਂ ਦੀ ਸੇਵਾ ਕਰੀਏ, ਦੁੱਧ ਛਕਾਈਏ ਗੁਰੂ ਕੇ ਪੁੱਤਰਾਂ ਨੂੰ ਤੇ ਮਾਤਾ ਜੀ ਨੂੰ। ਫਿਰ ਉਹਨੇ ਆ ਕਰਕੇ ਕਹਿੰਦੇ ਇਤਿਹਾਸਕਾਰ ਕਿ ਸਿਪਾਹੀਆਂ ਨਾਲ ਸਲਾਹ ਕੀਤੀ। ਉਹਨੇ ਕਿਹਾ ਵੀ ਮੈਂ ਤੁਹਾਨੂੰ ਕੁਝ ਪੈਸੇ ਦੇ ਦੇਵਾਂਗਾ, ਮੇਰੇ ਘਰ ਵਿੱਚ ਜੋ ਕੁਝ ਥੋੜ੍ਹਾ ਬਹੁਤਾ ਗਹਿਣਾ ਗੱਟਾ ਹੈ ਉਹ ਵੀ ਮੈਂ ਦੇ ਦੇਵਾਂਗਾ, ਪਰ ਮੈਨੂੰ ਗੁਰੂ ਕੇ ਲਾਲਾਂ ਦੀ ਸੇਵਾ ਕਰਨ ਦਿਓ। ਉਹਨਾਂ ਲਾਲਚ ਮੰਨਿਆ। ਫਿਰ ਦੁੱਧ ਗਰਮ ਕਰਕੇ ਲਿਆਇਆ ਏ ਬਾਬਾ ਮੋਤੀ ਰਾਮ ਜੀ, ਉਹ ਵੀ ਕਿੰਨਾ ਮਹਾਨ ਹੈ ਜਿਹਨੇ ਇਸ ਮੌਕੇ ਦੇ ਉੱਤੇ ਸੇਵਾ ਕੀਤੀ। ਤੇ ਸਿਪਾਹੀਆਂ ਨੂੰ ਲਾਲਚ ਦੇ ਕਰਕੇ ਅੰਦਰ ਗਿਆ ਹੈ ਰਾਤ ਦੇ ਹਨੇਰੇ ਵਿੱਚ, ਬੁਰਜ ਵਿੱਚ। ਬੇਨਤੀ ਕੀਤੀ ਹੈ ਕਿ ਮਾਤਾ ਜੀ ਮੈਂ ਆਪ ਜੀ ਵਾਸਤੇ ਦੁੱਧ ਲੈ ਕੇ ਆਇਆ ਹਾਂ, ਆਪ ਜੀ ਵੀ ਦੁੱਧ ਛਕੋ, ਆਪਣੇ ਪੋਤਰਿਆਂ ਨੂੰ ਵੀ ਦੁੱਧ ਛਕਾਓ। ਮਾਤਾ ਜੀ ਨੇ ਆਖਿਆ ਕਿ ਭਾਈ ਤੂੰ ਕਾਹਤੋਂ ਮੁਸੀਬਤ ਝੱਲਦਾ ਹੈ? ਜੇ ਜ਼ਾਲਮ ਸੂਬੇ ਨੂੰ ਪਤਾ ਲੱਗ ਗਿਆ ਤੈਨੂੰ ਤੇ ਤੇਰੇ ਪਰਿਵਾਰ ਨੂੰ ਨਹੀਂ ਛੱਡੇਗਾ। ਆਖਿਆ ਮਾਤਾ ਜੀ ਕੋਈ ਗੱਲ ਨਹੀਂ, ਤੁਸੀਂ ਦੁੱਧ ਛਕੋ। ਮਾਤਾ ਜੀ ਨੇ ਆਪ ਵੀ ਦੁੱਧ ਛਕਿਆ ਤੇ ਸਾਹਿਬਜ਼ਾਦਿਆਂ ਨੂੰ ਵੀ ਦੁੱਧ ਛਕਾਇਆ। ਇਤਿਹਾਸ ਕਹਿੰਦਾ ਹੈ ਬਾਅਦ ਵਿੱਚ ਸਮੇਂ ਨਾਲ ਪਤਾ ਵੀ ਲੱਗ ਗਿਆ ਸਰਹੰਦ ਦੇ ਸੂਬੇ ਨੂੰ, ਤੇ ਉਸ ਮੋਤੀ ਰਾਮ ਤੇ ਉਸਦੇ ਘਰ ਵਾਲੀ ਤੇ ਉਸਦੇ ਛੋਟੇ ਛੋਟੇ ਬੱਚਿਆਂ ਨੂੰ, ਜੋ ਛੋਟੀ ਛੋਟੀ ਉਮਰ ਵਿੱਚ ਸੀ ਉਹਦੇ ਬੱਚੇ ਵੀ, ਕਹਿੰਦੇ ਲੱਕੜ ਦੇ ਕੋਲੂ ਥਾਣੀ ਪੀੜ ਦਿੱਤਾ ਸੀ ਸਾਰੇ ਪਰਿਵਾਰ ਨੂੰ, ਸਾਰਾ ਘਾਣ ਬੱਚਾ ਪੀੜ ਦਿੱਤਾ ਸੀ ਸਮੇਂ ਨਾਲ। ਪਰ ਉਸ ਗੁਰੂ ਕੇ ਪਿਆਰ ਵਾਲੇ ਨੇ ਸੇਵਾ ਕੀਤੀ ਤੇ ਸਦਾ ਵਾਸਤੇ ਅਮਰ ਹੋ ਗਿਆ ਗੁਰੂ ਕੇ ਪੁੱਤਰਾਂ ਦੀ ਸੇਵਾ ਕਰਕੇ। ਤਾਂ ਅੱਜ ਦੇ ਦਿਨ ਸਾਧ ਸੰਗਤ ਜੀ 12 ਪੋਹ ਵਾਲੇ ਦਿਨ ਫੇਰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਂਦਾ ਗਿਆ। ਉਹਨਾਂ ਨੇ ਆ ਕੇ ਫਿਰ ਗੱਜ ਕੇ ਉਸੇ ਤਰ੍ਹਾਂ ਫਤਿਹ ਬੁਲਾਈ। ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ। ਕਈਆਂ ਨੇ ਤਾਂ ਇਹ ਵੀ ਲਿਖਿਆ ਹੈ ਕਿ ਗੁਲੇਲੇ ਵੀ ਮਾਰੇ ਗਏ ਸਾਹਿਬਜ਼ਾਦਿਆਂ ਨੂੰ, ਇਸੇ ਤਰ੍ਹਾਂ ਸ਼ਮਕਾਂ ਦੀ ਮਾਰ ਵੀ ਮਾਰੀ ਗਈ। ਉਹ ਕੋਮਲ ਗੁਰੂ ਕੇ ਲਾਲਾਂ ਨੂੰ ਵੀ ਕਿਸੇ ਤਰੀਕੇ ਨਾਲ ਡਰ ਜਾਣ, ਸਾਡੀ ਗੱਲ ਮੰਨਣ, ਸਿੱਖੀ ਧਰਮ ਛੱਡਣ, ਇਸਲਾਮ ਵਿੱਚ ਆਉਣ,
ਪਰ ਕੋਈ ਵੀ ਡਰ ਉਹਨਾਂ ਨੇ ਨਹੀਂ ਮੰਨਿਆ। ਤਾਂ ਫਿਰ ਸਾਧ ਸੰਗਤ ਜੀ ਇਹ ਸੁੱਚੇ ਨੰਦ ਨੇ ਵਜੀਦੇ ਨੂੰ ਆਖਿਆ ਵੀ ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਨ, ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਤੇ ਅੱਜ ਦੇ ਦਿਨ ਸਾਧ ਸੰਗਤ ਜੀ ਫਿਰ ਫਤਵਾ ਲਵਾਇਆ ਕਾਜੀ ਤੋਂ। ਸੁੱਚੇ ਨੰਦ ਨੇ ਆਖਿਆ ਸੱਪ ਨੂੰ ਮਾਰ ਦਿੱਤਾ ਜਾਵੇ ਤੇ ਉਹਦੇ ਬੱਚੇ ਛੱਡ ਦਿੱਤੇ ਜਾਣ, ਇਹ ਗੱਲ ਠੀਕ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ, ਇਹ ਸੱਪ ਦੇ ਬੱਚੇ ਸਪੋਲੀਏ ਹਨ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਇਸ ਕਰਕੇ ਜੰਮਦੀਆਂ ਸੂਲਾਂ ਹੀ ਤੋੜ ਦੇਣੀਆਂ ਚਾਹੀਦੀਆਂ। ਇਹ ਸੁੱਚੇ ਨੰਦ ਨੇ ਇਹ ਗੱਲ ਕਹੀ ਸੀ। ਤਾਂ ਹੀ ਇਤਿਹਾਸ ਨੇ ਉਸ ਨੂੰ ਜੂਠਾ ਨੰਦ ਤੇ ਝੂਠਾ ਨੰਦ ਵੀ ਲਿਖਿਆ ਹੈ। ਵੀ ਨਾਮ ਉਹਦਾ ਸੁੱਚਾ ਨੰਦ ਸੀ ਪਰ ਕਰਮ ਉਹਦੇ ਸੁੱਚੇ ਨਹੀਂ ਸੀ। ਸਮੇਂ ਦੇ ਨਾਲ ਫਿਰ ਇਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਵਜੀਦ ਖਾਨ ਨੂੰ ਮਾਰਿਆ ਸੀ, ਉਦੋਂ ਸੁੱਚੇ ਨੰਦ ਨੂੰ ਵੀ ਇਹਦੀ ਕੀਤੀ ਦਾ ਫਲ ਭੁਗਤਾਇਆ ਸੀ। ਤਾਂ ਕਾਜੀ ਤੋਂ ਫਤਵਾ ਲਵਾਇਆ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਖਤਮ ਕਰ ਦਿੱਤਾ ਜਾਵੇ। ਤਾਂ ਫਿਰ ਸਾਹਿਬਜ਼ਾਦਿਆਂ ਨੂੰ ਵਾਪਸ ਅੱਜ ਫਿਰ ਠੰਡੇ ਬੁਰਜ ਵਿੱਚ ਛੱਡਿਆ ਗਿਆ। ਤੇ ਕੱਲ੍ਹ ਨੂੰ 13 ਪੋਹ ਦਾ ਦਿਨ ਹੈ। ਕੱਲ੍ਹ ਦੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਹੈ। ਇਹ ਕੁਝ ਬੇਨਤੀਆਂ ਛੋਟੇ ਲਾਲਾਂ ਦੇ ਇਤਿਹਾਸ ਵਿੱਚੋਂ। ਥੋੜ੍ਹਾ ਜਿਹਾ ਕਲਗੀਧਰ ਪਾਤਸ਼ਾਹ ਜੀ ਦੇ ਦੀਦਾਰ ਵੀ ਕਰੀਏ। ਜਦੋਂ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ, ਸਤਿਗੁਰੂ ਟਿੰਡ ਦਾ ਸਿਰਹਾਣਾ ਲਾਇਆ। 8 ਪੋਹ ਦੀ ਸਾਰੀ ਰਾਤ ਜਦੋਂ ਗੜੀ ਛੱਡੀ ਸੀ, ਉਸ ਤੋਂ ਬਾਅਦ ਦਿਨ ਚੜ੍ਹਦੇ ਤੀਕ ਤਿੰਨੇ ਸਿੰਘ ਤਾਰੇ ਦੀ ਸੇਧ ਰੱਖ ਕੇ ਜੰਗਲ ਵਿੱਚ ਆਉਂਦੇ ਆ। ਮਾਛੀਵਾੜੇ ਦੇ ਜੰਗਲ ਵਿੱਚ ਆਉਂਦਿਆਂ ਹੋਇਆਂ ਸੂਰਜ ਚੜ੍ਹ ਜਾਂਦਾ ਹੈ ਤੇ ਉਹ ਗੁਲਸ਼ਤਰਾਨ ਦੀ ਲਿਸ਼ਕ ਵੇਖ ਕੇ ਕਲਗੀਧਰ ਪਾਤਸ਼ਾਹ ਦੇ ਪਾਸ ਆਉਂਦੇ ਆ। ਭਾਈ ਮਾਨ ਸਿੰਘ ਜੀ ਚਰਨ ਪਲੋਸਦੇ ਆ, ਸਤਿਗੁਰੂ ਉੱਠਦੇ ਆ। ਉੱਥੇ ਮਨ ਵੀ ਭਰ ਆਉਂਦਾ ਹੈ ਭਾਈ ਮਾਨ ਸਿੰਘ ਜੀ ਦਾ। ਸਤਿਗੁਰੂ ਧੀਰਜ ਦਿੰਦੇ ਆ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਸਤਿਗੁਰੂ ਪਿੱਛੇ ਲੱਖਾਂ ਫੌਜ ਹੈ ਤੇ ਉਹ ਛੇਤੀ ਇੱਧਰ ਵੀ ਆ ਜਾਵੇਗੀ, ਆਪਾਂ ਨੂੰ ਕਿਤੇ ਪਹੁੰਚਣਾ ਚਾਹੀਦਾ। ਸਤਿਗੁਰੂ ਗਰੀਬ ਨਵਾਜ ਕਹਿੰਦੇ ਵੀ ਹੁਣ ਤੁਰਿਆ ਤੇ ਜਾਂਦਾ ਨਹੀਂ ਹੈ। ਕੱਲ੍ਹ ਬੇਨਤੀ ਕੀਤੀ ਸੀ ਉੱਥੋਂ ਤੀਕ ਵੀ ਮਹਾਰਾਜ ਨੇ ਇਹ ਪਾਵਨ ਸ਼ਬਦ ਉੱਥੇ ਉਚਾਰਨ ਕੀਤਾ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਉਚਾਰਨ ਤੋਂ ਬਾਅਦ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਆਹ ਸਾਹਮਣੇ ਬਾਗ ਹੈ ਤੇ ਉਸ ਬਾਗ ਵਿੱਚ ਚੱਲੀਏ, ਜੇ ਫੌਜ ਇੱਥੇ ਆਵੇਗੀ ਤੇ ਆਪਾਂ ਉਹਨਾਂ ਦਾ ਮੁਕਾਬਲਾ ਕਰਾਂਗੇ। ਚਰਨਾਂ ਵਿੱਚ ਛਾਲੇ ਪਏ ਹੋਏ ਆ। ਮਹਾਰਾਜ ਉੱਠੇ ਤੇ ਤੁਰਨ ਲੱਗੇ ਪਰ ਦਰਦ ਮਹਿਸੂਸ ਹੁੰਦੀ ਹੈ, ਤੁਰਿਆ ਨਹੀਂ ਜਾਂਦਾ। ਇਤਿਹਾਸ ਵਿੱਚ ਲਿਖਿਆ ਹੈ, ਸਰੀਰਕ ਪੱਖ ਹੈ। ਮਾਨਵੀ ਲੀਲਾ ਕਰ ਰਹੇ ਆ ਸਤਿਗੁਰੂ ਜੀ। ਭਾਈ ਮਾਨ ਸਿੰਘ ਜੀ ਨੂੰ ਕਹਿੰਦੇ ਆ ਕਿ ਭਾਈ ਮਾਨ ਸਿੰਘ ਆਸਰਾ ਦੇ ਭਾਈ ਮਾਨ ਸਿੰਘ ਮੋਢਿਆਂ ਤੇ ਚੁੱਕਦਾ ਕਲਗੀਧਰ ਪਾਤਸ਼ਾਹ ਨੂੰ, ਇਤਿਹਾਸ ਵਿੱਚ ਲਿਖਿਆ ਹੈ। ਫਿਰ ਉਹ ਬਾਗ ਵਿੱਚ ਖੂਹ ਚੱਲਦਾ ਸੀ, ਉਸ ਖੂਹ ਦੇ ਪਾਸ ਲੈ ਕੇ ਜਾਂਦਾ ਹੈ। ਉੱਥੋਂ ਜਲ ਵਰਤਦੇ ਆ ਮਹਾਰਾਜ ਸਾਹਿਬ ਜੀ ਤੇ ਗਰੀਬ ਨਵਾਜ ਸਾਹਿਬ ਜੀ ਉੱਥੇ ਬੈਠਦੇ ਹਨ। ਉੱਥੇ ਫਿਰ ਜੋ ਮਾਛੀਵਾੜੇ ਦਾ ਭਾਈ ਗੁਲਾਬਾ ਸੀ ਨਾ, ਮਸੰਦ ਕਲਗੀਧਰ ਪਾਤਸ਼ਾਹ ਜੀ ਦਾ ਇੱਧਰਲੇ ਇਲਾਕੇ ਦਾ ਥਾਪਿਆ ਹੋਇਆ ਮਸੰਦ, ਕਈ ਵਾਰੀ ਅਨੰਦਪੁਰ ਸਾਹਿਬ ਜਾਂਦਾ ਸੀ। ਉਹਦਾ ਉਹ ਬਾਗ ਸੀ ਭਾਈ ਗੁਲਾਬੇ ਦਾ। ਉਹਦਾ ਇੱਕ ਭਰਾ ਹੋਰ ਵੀ ਸੀ ਭਾਈ ਪੰਜਾਬਾ। ਉਹਦਾ ਨੌਕਰ ਉੱਥੇ ਖੂਹ ਚਲਾ ਰਿਹਾ ਸੀ, ਖੂਹ ਦੇ ਉੱਤੇ ਸੀ। ਉਹਨੇ ਜਦੋਂ ਵੇਖਿਆ ਮਹਾਰਾਜ ਸਾਹਿਬ ਤੇ ਸਿੰਘਾਂ ਦਾ ਹੁਲੀਆ ਵੇਖਿਆ, ਦਸਤਾਰੇ ਦਮਾਲੇ ਸਜੇ ਹੋਏ ਆ, ਚੋਲੇ ਪਾਏ ਹੋਏ ਆ, ਸ਼ਸਤਰਧਾਰੀ ਹਨ ਸਾਰੇ। ਸਤਿਗੁਰੂ ਜੀ ਕੋਲੇ ਤੀਰਾਂ ਦਾ ਪੱਥਾ ਹੈ, ਹੱਥ ਵਿੱਚ ਧਨੁਸ਼ ਹੈ। ਉਹ ਖਿਆਲ ਕਰਦਾ ਹੈ ਵੀ ਮੇਰੇ ਮਾਲਕ
ਗੁਲਾਬਾ ਜੀ ਵੀ ਉਹ ਗੱਲਾਂ ਕਰਦੇ ਹੁੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਸ ਤਰ੍ਹਾਂ ਦਾ ਲਿਬਾਸ ਹੈ, ਗੁਰੂ ਕੇ ਸਿੰਘਾਂ ਦਾ ਇਸ ਤਰ੍ਹਾਂ ਦਾ ਲਿਬਾਸ ਹੈ, ਵੀ ਮਹਾਰਾਜ ਕੇਸ ਰਖਾਉਂਦੇ ਆ, ਕਛਹਿਰਾ ਪਵਾਉਂਦੇ ਆ, 5 ਕਕਾਰ ਪਵਾਉਂਦੇ ਆ, ਜਾਂ ਤੇ ਇਹ ਮੇਰੇ ਮਾਲਕ ਦੇ ਗੁਰੂ ਜੀ ਆ ਗਏ ਆ ਤੇ ਜਾਂ ਉਹਨਾਂ ਦੇ ਸਿੰਘ ਵਾ। ਉਹ ਛੇਤੀ ਨਾਲ ਭੱਜਦਾ ਹੈ ਤੇ ਮਾਛੀਵਾੜੇ ਪਿੰਡ ਵਿੱਚ ਜਾ ਕਰਕੇ ਤੇ ਭਾਈ ਗੁਲਾਬੇ ਨੂੰ ਖਬਰ ਦਿੰਦਾ ਹੈ ਵੀ ਬਾਗ ਵਿੱਚ ਆ ਕੇ ਉਤਰੇ ਆ, ਜਾਂ ਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਗੁਰੂ ਸਾਹਿਬ ਆ ਤੇ ਜਾਂ ਉਹਨਾਂ ਦੇ ਸਿੰਘ ਵਾ। ਭਾਈ ਗੁਲਾਬਾ ਵੀ ਛੇਤੀ ਆਉਂਦਾ ਹੈ। ਇੱਧਰ ਸਤਿਗੁਰੂ ਜੀ ਦੇ ਤਿੰਨੇ ਹੀ ਸਿੰਘ ਉਹ ਸਰੀਰਕ ਕਿਰਿਆ ਸੋਧਦੇ ਆ। ਲਾਗੇ ਹੀ ਝੀਲ ਹੈ, ਕਾਈ ਹੈ, ਦੱਬ ਹੈ ਤੇ ਕਾਨੇ ਆਦਿਕ ਹਨ, ਜੰਗਲ ਜਿਹਾ ਹੈ, ਬੇਲਾ, ਜੰਗਲ ਬੇਲਾ, ਝਾੜ। ਉਧਰਲੇ ਪਾਸੇ ਜਾ ਕਰਕੇ ਸਰੀਰਕ ਕਿਰਿਆ ਸੋਧ ਕੇ ਤੇ ਇੱਥੇ ਜਲ ਵਰਤਦੇ ਆ, 5 ਇਸ਼ਨਾਨਾਂ ਕਰਦੇ ਆ ਵੀ ਆਪਣਾ ਚਿਹਰਾ ਧੋਣਾ, ਹੱਥ ਧੋਤੇ, ਗੋਡਿਆਂ ਤੀਕ ਪੈਰ ਧੋਤੇ। ਪਿਆਰੇ ਦਇਆ ਸਿੰਘ ਜੀ ਨੇ, ਪਿਆਰੇ ਧਰਮ ਸਿੰਘ ਜੀ ਨੇ, ਭਾਈ ਮਾਨ ਸਿੰਘ ਜੀ ਨੇ। ਤੇ ਸਤਿਗੁਰੂ ਜੀ ਕਹਿੰਦੇ ਵੀ ਅਸੀਂ ਵੀ ਸਰੀਰਕ ਕਿਰਿਆ ਸੁਧਨੀ ਹੈ। ਤਾਂ ਭਾਈ ਮਾਨ ਸਿੰਘ ਜੀ ਮਹਾਰਾਜ ਸਾਹਿਬ ਜੀ ਨੂੰ ਉੱਥੇ ਝਾੜੀਆਂ ਦੇ ਵਿੱਚ ਲੈ ਕਰਕੇ ਜਾਂਦੇ। ਗਰੀਬ ਨਵਾਜ ਸਾਹਿਬ ਜੀ ਨੂੰ ਉੱਥੇ ਸਰੀਰਕ ਕਿਰਿਆ ਸਤਿਗੁਰੂ ਸੋਧਦੇ ਆ, ਜਲ ਵਰਤਾਇਆ ਜਾਂਦਾ। ਉੱਥੇ ਹੀ ਇੱਕ ਪਰਾਂ ਦਿਨ ਚੜ੍ਹਿਆ ਹੋਇਆ, ਕਿਉਂਕਿ ਸੂਰਜ ਚੜ੍ਹੇ ਦੀ ਗੱਲ, ਦਿਨ ਚੜ੍ਹੇ ਦੀ ਗੱਲ ਹੈ, 9 ਪੋਹ ਦਿਨ ਦੀ ਗੱਲ। ਪਰਾਂ ਕੋਈ ਮੱਝਾਂ ਚਾਰਨ ਵਾਲਾ ਆਇਆ। ਉਹਨੇ ਜਦੋਂ ਸਤਿਗੁਰੂ ਜੀ ਨੂੰ ਉੱਥੇ ਝਾੜੀਆਂ ਵਿੱਚ ਵੇਖਿਆ ਤੇ ਉਹ ਰੌਲਾ ਪਾਉਣ ਲੱਗ ਪਿਆ ਉੱਚੀ ਉੱਚੀ ਵੀ ਆਹ ਕੋਈ ਸਿੰਘ ਤੁਰਿਆ ਜਾ ਰਿਹਾ, ਸਿੰਘ ਤੁਰਿਆ ਜਾ ਰਿਹਾ। ਤੇ ਸਤਿਗੁਰੂ ਕਹਿੰਦੇ ਭਾਈ ਧਰਮ ਸਿੰਘ, ਇਹ ਭੱਜ ਨਾ ਜਾਵੇ, ਇਹਨੂੰ ਫੜ ਕੇ ਲਿਆਓ। ਕਿਹੜੀ ਸ਼ੇਰ ਦੀ ਤਰ੍ਹਾਂ ਗਏ ਭਾਈ ਧਰਮ ਸਿੰਘ, ਛੇਤੀ ਨਾਲ ਜਾ ਕਰਕੇ ਤੇ ਉਹ ਮੱਝਾਂ ਚਾਰਨ ਵਾਲੇ ਨੂੰ ਫੜ ਕੇ ਮਹਾਰਾਜ ਦੇ ਪਾਸ ਲੈ ਆਂਦਾ। ਇੰਨੇ ਚਿਰ ਖੂਹ ਤੋਂ ਜਲ ਵਰਤ ਕੇ ਸਤਿਗੁਰੂ ਜੀ ਵੀ ਉੱਥੇ ਬਾਗ ਵਿੱਚ ਆ ਬੈਠੇ ਭਾਈ ਮਾਨ ਸਿੰਘ ਦੇ ਨਾਲ। ਉਹਨੂੰ ਕਹਿਣ ਲੱਗੇ, ਉਹ ਭੜੂਆ, ਉਹ ਮੂਰਖਾ, ਕਿਉਂ ਰੌਲਾ ਪਾਉਣਾ ਸੈਂ? ਤੇ ਹੁਣ ਜੇ ਤੇਰੇ ਤੋਂ ਬਦਲਾ ਲਈਏ, ਤੈਨੂੰ ਇੱਥੇ ਜਾਨੋਂ ਹੀ ਮਾਰ ਦਈਏ, ਫਿਰ ਮਾਫੀ ਮੰਗਣ ਲੱਗ ਪਿਆ। ਕਹਿੰਦਾ ਜੀ ਮੈਂ ਆਪ ਜੀ ਨੂੰ ਮੈਂ ਸਿਆਣਿਆ ਨਹੀਂ ਸੀ, ਮੈਂ ਤੇ ਆਖਿਆ ਕੋਈ ਸਿੰਘ ਹੈ ਤੇ ਤਾਂ ਮੈਂ ਰੌਲਾ ਪਾਤਾ। ਸਤਿਗੁਰੂ ਕਹਿੰਦੇ ਫਿਰ ਵੀ ਕਾਹਤੋਂ ਪਾਇਆ? ਕਹਿੰਦਾ ਜੀ ਮਾਫੀ ਦੇ ਦਿਓ, ਗਲਤੀ ਹੋ ਗਈ, ਹੁਣ ਨਹੀਂ ਮੈਂ ਰੌਲਾ ਪਾਊਂਗਾ, ਇੱਕ ਵਾਰੀ ਮਾਫ ਕਰ ਦਿਓ। ਤੇ ਸਤਿਗੁਰੂ ਕਹਿੰਦੇ ਚੱਲ ਤੈਨੂੰ ਮਾਫ ਕੀਤਾ। ਪਰ ਮਹਾਰਾਜ ਕਹਿੰਦੇ ਇੰਜ ਰੌਲਾ ਨਹੀਂ ਪਾਈਦਾ ਹੁੰਦਾ। ਫਿਰ ਆਪਣੇ ਕਮਰ ਕੱਸੇ ਵਿੱਚੋਂ ਇੱਕ ਹੀਰਿਆਂ ਜੜਿਆ ਖੰਜਰ ਕੱਢਿਆ ਸਤਿਗੁਰੂ ਜੀ ਨੇ ਤੇ ਉਸ ਨੂੰ ਦਿੱਤਾ। ਕਹਿਣ ਲੱਗੇ, ਲੈ ਇਹ ਬੜਾ ਕੀਮਤੀ ਹੈ, ਜੇ ਇਹਨੂੰ ਵੇਚੇਗਾ ਵੀ ਨਾ ਤੇ ਬੜੇ ਰੁਪਈਏ, 1000 ਰੁਪਈਏ ਤੈਨੂੰ ਮਿਲਣਗੇ। ਪੁੱਤਾਂ ਪੋਤਰਿਆਂ ਤੀਕ, ਪੀੜ੍ਹੀ ਤੀਕ ਘਰ ਦੀ ਤੂੰ ਗੁਜਰਾਨ ਕਰ ਲਵੇਂਗਾ, ਇੰਨਾ ਕੀਮਤੀ ਇਹ ਖੰਜਰ ਹੈ, ਲੈ ਤੇ ਰੌਲਾ ਨਹੀਂ ਪਾਉਣਾ, ਆਪਣੇ ਘਰੇ ਚਲੇ ਜਾ। ਉਹ ਖੰਜਰ ਦੀ ਬਖਸ਼ਿਸ਼ ਕੀਤੀ, ਉਹ ਚੁੱਪ ਕਰਕੇ ਮੱਝਾਂ ਚਾਰਨ ਵਾਲਾ ਆਪਣੇ ਘਰ ਨੂੰ ਚਲੇ ਜਾਂਦਾ। ਇੰਨੇ ਚਿਰ ਨੂੰ ਭਾਈ ਗੁਲਾਬਾ ਆ ਜਾਂਦਾ ਹੈ। ਉਹ ਆ ਕੇ ਬੇਨਤੀ ਕਰਦਾ, ਮਹਾਰਾਜ ਸਤਿਗੁਰੂ ਜੀ, ਆਪ ਜੀ ਆਗਿਆ ਬਖਸ਼ੋ, ਸੇਵਾ ਦੇ ਵਿੱਚ ਹਾਜ਼ਰ ਹਾਂ। ਕੋਈ ਜਲ ਪਾਣੀ ਮਹਾਰਾਜ, ਕਿਉਂਕਿ 9 ਪੋਹ ਦਾ ਦਿਨ ਚੜ੍ਹਿਆ ਹੋਇਆ। ਸਾਦਾ ਜਿਹਾ ਲਿਬਾਸ ਹੈ ਸਤਿਗੁਰੂ ਜੀ ਦੇ ਸੀਸ ਤੇ, ਸਾਦੀ ਜੀ ਦਸਤਾਰ ਹੈ, ਕਿਉਂਕਿ ਕਲਗੀ ਜੀਗਾ ਵੀ ਅੰਦਰ ਮਹਾਰਾਜ ਸਾਹਿਬ ਜੀ 5 ਸਿੰਘਾਂ ਨੂੰ ਜਦੋਂ ਵਡਿਆਈ ਦਿੱਤੀ ਦੇ ਕੇ ਆਏ ਸਨ। ਸਤਿਗੁਰੂ ਕਹਿੰਦੇ ਵੀ ਹਾਂ ਕੋਈ ਜਲ ਪਾਣੀ ਛਕ ਲੈਂਦੇ ਆ, ਕੋਈ ਲੈ ਆ ਤੂੰ ਜਲ ਪਾਣੀ। ਫਿਰ ਦੁੱਧ ਆਦਿਕ ਲੈ ਕੇ ਆਉਂਦਾ ਹੈ ਭਾਈ ਗੁਲਾਬਾ ਆਪਣੇ ਘਰੋਂ। ਤੇ ਮਹਾਰਾਜ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਹੋਵੇਗਾ, ਕਿਉਂਕਿ ਕੱਲੀ ਕੱਲੀ ਗੱਲ ਜਿਹੜੀ ਆ ਭਾਵੇਂ ਇਤਿਹਾਸ ਵਿੱਚ ਬੜੀ ਬਰੀਕੀ ਨਾਲ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਪਰ ਫਿਰ ਵੀ ਹਰੇਕ ਗੱਲ ਥੋੜ੍ਹਾ ਲਿਖੀ ਜਾਂਦੀ ਕਿਤੇ। ਉਸ ਵੇਲੇ ਦੱਸਿਆ ਹੋਵੇਗਾ ਵੀ ਕਿਸੇ ਨੂੰ ਪਤਾ ਨਾ ਲੱਗੇ, ਇਸ ਤਰੀਕੇ ਦੇ ਨਾਲ ਜਿਹੜਾ ਜਲ ਪਾਣੀ ਲਿਆਉਣਾ ਤੂੰ ਲੈ ਕੇ ਆਵੇਂ। ਉਹਦਾ ਬਾਗ ਸੀ, ਬਾਗ ਵਿੱਚ ਖੂਹ ਸੀ, ਉੱਥੇ ਮਹਾਰਾਜ ਸਾਹਿਬ ਬੈਠੇ ਆ।
ਭਾਈ ਗੁਲਾਬਾ ਆਪਣੇ ਘਰੇ ਜਾਂਦਾ ਹੈ ਤੇ ਦੁੱਧ ਆਦਿਕ ਲੈ ਕੇ ਆਉਂਦਾ, ਵਿੱਚ ਛੁਹਾਰੇ ਪਾ ਕੇ ਲਿਆਉਂਦਾ ਹੈ, ਮਹਾਰਾਜ ਸਾਹਿਬ ਜੀ ਨੂੰ ਛਕਾਉਂਦਾ ਲਿਆ ਕੇ। ਤੇ ਲਿਖਿਆ ਇਤਿਹਾਸ ਵਿੱਚ ਵੀ 9 ਪੋਹ ਦਾ ਫਿਰ ਸਾਰਾ ਦਿਨ ਸਤਿਗੁਰੂ ਜੀ ਬਾਗ ਵਿੱਚ ਰਹੇ। ਜਦੋਂ ਸ਼ਾਮ ਹੋ ਜਾਂਦੀ, ਹਨੇਰਾ ਹੋ ਜਾਂਦਾ ਹੈ, ਫਿਰ ਭਾਈ ਗੁਲਾਬਾ ਦੁਬਾਰਾ ਫਿਰ ਆਉਂਦਾ ਆਪਣੇ ਘਰੋਂ। ਦਿਨੇ ਇੱਕ ਵਾਰੀ ਜਲ ਪਾਣੀ ਛਕਾ ਕੇ ਚਲੇ ਜਾਂਦਾ। ਸਤਿਗੁਰੂ ਉਹਨੂੰ ਕਹਿੰਦੇ ਵੀ ਰਾਤ ਨੂੰ ਜਾਵਾਂਗੇ ਤੇਰੇ ਘਰੇ, ਕਿਉਂਕਿ ਖਿਆਲ ਸੀ 4 ਚੁਫੇਰੇ ਫੌਜਾਂ ਵਾਂ, ਦਿਨੇ ਗਏ ਤੇ ਹੋਰ ਵੀ ਕਈ ਵੇਖਣਗੇ। ਇਸ ਕਰਕੇ ਬਾਗ ਵਿੱਚ ਹੀ ਸਾਰਾ ਦਿਨ ਪੜਾ ਰੱਖਿਆ। 9 ਪੋਹ ਦੀ ਜਦੋਂ ਰਾਤ ਪਈ ਆ ਤੇ ਫਿਰ ਭਾਈ ਗੁਲਾਬੇ ਦੇ ਨਾਲ ਉਹਦੇ ਘਰੇ ਗਏ ਆ। ਉਹਨੇ ਚੁਬਾਰਾ ਬਣਾਇਆ ਹੋਇਆ ਸੀ, ਤੇ ਇਹ ਵੀ ਲਿਖਿਆ ਇਤਿਹਾਸ ਵਿੱਚ ਵੀ ਉਹਦੀ ਭਾਵਨਾ ਵੀ ਸੀ ਕਿ ਇਸ ਚੁਬਾਰੇ ਦੇ ਵਿੱਚ, ਘਰ ਵਿੱਚ ਤਾਂ ਉਹਨੇ ਰਿਹਾਇਸ਼ ਕੀਤੀ ਸੀ ਪਹਿਲਾਂ, ਚੁਬਾਰਾ ਨਵਾਂ ਬਣਾਇਆ ਸੀ ਵੀ ਚੁਬਾਰੇ 'ਚ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਵਾਵਾਂਗੇ ਤੇ ਫਿਰ ਰਿਹਾਇਸ਼ ਕਰਾਂਗੇ। ਬਾਅਦ ਵਿੱਚ ਘੇਰਾ ਪਿਆ ਅਨੰਦਪੁਰ ਸਾਹਿਬ ਨੂੰ, 7 ਮਹੀਨਿਆਂ ਤੋਂ ਉੱਪਰ ਫਿਰ ਨਹੀਂ ਸਮਾਂ ਲੱਗਾ, ਤੇ ਉਹ ਆਪਣੇ ਘਰੇ ਲੈ ਕੇ ਜਾਂਦਾ ਵਾ ਤੇ ਪਲੰਘਾ ਚੁਬਾਰੇ ਵਿੱਚ ਮਹਾਰਾਜ ਵਾਸਤੇ ਵਿਛਾ ਕੇ ਰੱਖਦਾ ਹੈ। ਸਤਿਗੁਰੂ ਜੀ ਉੱਥੇ ਜਾ ਕੇ ਗਰੀਬ ਨਵਾਜ਼ ਸਾਹਿਬ ਜੀ ਸੋਭਨੀਕ ਹੁੰਦੇ ਆ, 3 ਸਿੰਘਾਂ ਦੇ ਸਮੇਤ। ਸ਼ਾਮ ਨੂੰ ਪ੍ਰਸ਼ਾਦਾ ਪਾਣੀ ਛਕਦੇ, ਰਾਤ ਨੂੰ 9 ਪੋਹ ਦੀ ਰਾਤ ਨੂੰ। ਉਹ ਰਾਤ ਲੰਘਦੀ ਹੈ, ਅਗਲਾ ਦਿਨ ਚੜ੍ਹਦਾ ਹੈ। ਮਹਾਰਾਜ ਸਾਹਿਬ ਜੀ ਉਹਨੂੰ ਕਹਿੰਦੇ ਵੀ ਜਲ ਲਿਆ ਖੁੱਲ੍ਹਾ। ਜਲ ਲਿਆਂਦਾ ਗਿਆ। ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਦਾਤਨ ਕੀਤੀ ਹੈ, ਫਿਰ ਮਹਾਰਾਜ ਸਾਹਿਬ ਜੀ ਇਸ਼ਨਾਨ ਕਰਨ ਲੱਗੇ। 10 ਪੋਹ ਦੇ ਸਵੇਰੇ ਅੰਮ੍ਰਿਤ ਵੇਲੇ ਦਾਤਨ ਤੋਂ ਬਾਅਦ ਇਸ਼ਨਾਨ ਕਰਨ ਲੱਗੇ। ਭਾਈ ਗੁਲਾਬੇ ਨੇ ਜਲ ਭਰ ਕੇ ਦਿੱਤਾ, ਮਹਾਰਾਜ ਇਸ਼ਨਾਨ ਕਰਦੇ ਆ। ਹੁਣ ਜਦੋਂ ਇਸ਼ਨਾਨ ਕਰਨ ਤੋਂ ਬਾਅਦ ਹੁਣ ਕਛਹਿਰਾ ਬਦਲਣਾ ਹੈ ਨਾ, ਕਿਉਂਕਿ ਜੋ ਸਾਡਾ ਇਤਿਹਾਸ ਹੈ, ਤੇ ਸਤਿਗੁਰੂ ਸਾਹਿਬ ਜੀ ਕਛਹਿਰਾ ਬਦਲਣ ਲੱਗੇ ਆ ਚਾਦਰ ਦੀ ਬੁੱਕਲ ਮਾਰ ਕੇ। ਜਿਵੇਂ ਆਪਾਂ ਲੋਈ ਦੀ ਆ ਬੁੱਕਲ ਮਾਰਦੇ ਨਾ, ਤੇ ਲੋਈ ਨਾਲੋਂ ਵੀ ਚੌੜੀ ਹੁੰਦੀ ਹੈ ਚਾਦਰ, ਤੇ ਉਹਦੇ ਪੂਰੇ ਮੋਢੇ ਵੀ ਕੱਜੇ ਜਾਣ ਤੇ ਸਾਰਾ ਸਰੀਰ ਕੱਜਿਆ ਜਾਂਦਾ ਹੈ ਜਿਸ ਵੇਲੇ ਕਛਹਿਰਾ ਬਦਲਣਾ ਹੈ। ਹੁਣ ਕਛਹਿਰਾ ਬਦਲਣ ਲੱਗੇ ਆ, ਤੇ ਇਹ ਇਤਿਹਾਸ ਵਿੱਚ ਬਚਨ ਲਿਖੇ ਆ ਕਿ ਮਹਾਰਾਜ ਸਾਹਿਬ ਜੀ ਨੇ ਕਛਹਿਰੇ ਦੇ ਹੇਠਾਂ ਆੜਬੰਦ ਪਾਇਆ ਹੋਇਆ ਸੀ, ਜਿਵੇਂ ਪਹਿਲਵਾਨ ਲੋਕ ਵੀ ਜਿਵੇਂ ਪਾਉਂਦੇ ਹਨ, ਉਹ ਵੀ, ਜਿਹਨੂੰ ਲੰਗੋਟ ਵੀ ਕਿਹਾ ਜਾਂਦਾ ਹੈ। ਔਰ ਇਹ ਉਸ ਮੌਕੇ ਤੇ ਪਾਇਆ ਜਾਂਦਾ ਸੀ, ਸੂਰਮੇ ਬਲੀ ਬਹਾਦਰ ਪਹਿਨਦੇ ਸਨ ਜਦੋਂ ਜ਼ਿਆਦਾ ਘੋੜ ਸਵਾਰੀ ਕਰਨੀ ਆ, ਜ਼ਿਆਦਾ ਸਫ਼ਰ ਕਰਨਾ ਵਾ, ਤੇ ਜਾਂ ਜ਼ਿਆਦਾ ਤੁਰਨਾ ਵਾ, ਜ਼ਿਆਦਾ ਭੱਜਣਾ ਵਾ, ਉਸ ਮੌਕੇ ਤੇ ਇਹ ਪਾਇਆ ਜਾਂਦਾ ਸੀ। ਇਹ ਅਨੰਦਪੁਰ ਸਾਹਿਬ ਛੱਡਣ ਲੱਗੇ ਹੀ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ਼ ਨੇ ਇਸ ਤਰੀਕੇ ਦੇ ਨਾਲ ਤਿਆਰ ਬਰ ਤਿਆਰ ਪਹਿਰਾ ਕੀਤਾ ਹੈ। ਹੁਣ ਉਹ ਜਿਹੜਾ ਸੀ ਪੈਂਡਾ ਕਿੰਨਾ ਕੀਤਾ, ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਵੀ ਅਨੰਦਪੁਰ ਸਾਹਿਬ ਤੋਂ ਕਿੰਨਾ ਸਫ਼ਰ ਕੀਤਾ ਸਤਿਗੁਰੂ ਜੀ ਨੇ। ਫਿਰ ਗੜੀ ਛੱਡਣ ਤੋਂ ਬਾਅਦ ਰਾਤ ਨੂੰ ਸਾਰੀ ਰਾਤ ਮਹਾਰਾਜ ਸਾਹਿਬ ਜੀ ਨੇ ਸਫ਼ਰ ਕੀਤਾ ਵਾ, ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦੇ ਜੰਗਲ ਤੱਕ। ਤੇ ਉਹ ਜਿਹੜਾ ਆੜਬੰਦ ਸੀ, ਲੰਗੋਟ ਸੀ, ਉਹ ਮਾਸ ਦੇ ਵਿੱਚ ਖੁੱਭ ਚੁੱਕਾ ਸੀ, ਤੇ ਵਿੱਚੋਂ ਖੂਨ ਵੀ ਸਿੰਮਿਆ ਸੀ ਮਹਾਰਾਜ ਦੇ ਪੱਟਾਂ ਦੇ ਵਿੱਚੋਂ। ਉਹਦੇ ਨਾਲ ਉਹ ਖੂਨ ਦੇ ਨਾਲ ਲੱਥ-ਪੱਥ ਹੋਇਆ, ਮਾਸ ਦੇ ਵਿੱਚ ਖੁੱਭਾ ਹੋਇਆ ਸੀ। ਤੇ ਭਾਈ ਗੁਲਾਬੇ ਨੂੰ ਮਹਾਰਾਜ ਕਹਿੰਦੇ ਆ ਵੀ ਜਲ ਲਾ ਕੇ ਨਾਲ ਪਾਣੀ ਪਾ ਕੇ, ਤੇ ਇਹਨੂੰ ਮਾਸ ਵਿੱਚੋਂ, ਇਹ ਜਿਹੜਾ ਖੂਨ ਲੱਗਾ ਹੋਇਆ ਇਹਨੂੰ ਵੀ ਧੋ, ਤੇ ਵਿੱਚੋਂ ਮਾਸ ਦੇ ਵਿੱਚੋਂ ਕੱਢ, ਜੋ ਪੱਟਾਂ ਦੇ ਵਿੱਚ ਖੁੱਭਾ ਹੋਇਆ ਸੀ। ਫਿਰ ਉਹ ਜਲ ਲਾ ਕੇ ਸਹਿਜੇ ਕੱਢਦਾ ਵਾ, ਤੇ ਪਰਾਂ ਨੂੰ ਮੂੰਹ ਕਰਦਾ ਵਾ, ਸ਼ਰਮ ਜੀ ਮਹਿਸੂਸ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਭਾਈ ਗੁਲਾਬਿਆ, ਪਿਤਾ ਤੇ ਪੁੱਤਰ ਦੀ ਸ਼ਰਮ ਨਹੀਂ ਹੁੰਦੀ ਹੈ। ਜਦੋਂ ਪਿਤਾ ਦੀ ਸੇਵਾ ਕਰੀਏ ਤੇ ਉਦੋਂ ਪੁੱਤਰ ਨੂੰ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਤੇ ਸਤਿਗੁਰੂ ਕਹਿੰਦੇ ਪਰਾਂ ਨੂੰ ਮੂੰਹ ਨਾ ਕਰ, ਚੰਗੀ ਤਰ੍ਹਾਂ ਪਾਣੀ ਪਾ ਕੇ ਤੇ ਇਹਨੂੰ ਕੱਢ ਮਾਸ ਦੇ ਵਿੱਚੋਂ ਖਿੱਚ ਕੇ। ਵੇਖੋ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਬਲੀ ਬਹਾਦਰ, ਮਾਸ ਦੇ ਵਿੱਚ ਕੱਪੜਾ ਖੁੱਭ ਗਿਆ ਸੀ, ਫਿਰ ਖਿੱਚ ਕੇ ਜਲ ਲਾ ਕੇ ਤੇ ਉਹ ਵਿੱਚੋਂ ਕੱਢਿਆ ਹੈ। ਸਤਿਗੁਰੂ ਜੀ ਨੇ ਫਿਰ ਕਛਹਿਰਾ ਬਦਲਿਆ, ਬਸਤਰ ਪਹਿਨੇ, ਸ਼ਸਤਰ ਪਹਿਨੇ, ਤੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਦੂਸਰੇ ਦਿਨ 10 ਪੋਹ ਦੇ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਬਾਅਦ ਫਿਰ ਉੱਥੇ ਚੁਬਾਰੇ ਦੇ ਵਿੱਚ ਮਹਾਰਾਜ ਨੇ ਪਲੰਘੇ ਤੇ ਆਸਣ ਲਾਇਆ। ਸਵੇਰ ਦਾ ਪ੍ਰਸ਼ਾਦਾ ਪਾਣੀ ਭਾਈ ਗੁਲਾਬੇ ਨੇ ਛਕਾਇਆ, ਸਾਰਾ ਦਿਨ ਉੱਥੇ ਰਹੇ।
ਉੱਥੇ ਹੀ ਫਿਰ ਆ ਕਰਕੇ ਜਿਵੇਂ ਗਣੀ ਖਾਂ ਨਬੀ ਖਾਂ ਮਿਲਦੇ ਆ, ਉਹ ਨਾਲ ਸਾਧ ਸੰਗਤ ਜੀ ਇਹ ਇਤਿਹਾਸ ਸ਼ਾਮ ਨੂੰ ਵੀ ਚੱਲ ਰਿਹਾ ਹੈ। ਜਿੱਥੇ ਲੜੀਵਾਰ ਇਤਿਹਾਸ ਇਸ ਸਥਾਨ 'ਤੇ ਚੱਲਦਾ ਹੈ, ਅਤੇ ਹੁਣ ਜਿਹੜੇ ਦਿਨ ਚੱਲਦੇ ਉਹੀ ਇਤਿਹਾਸ ਨਾਲ ਹੀ ਮਿਲ ਗਿਆ ਹੈ। ਅਤੇ ਸਵੇਰ ਵੇਲੇ ਵੀ ਥੋੜ੍ਹੀ ਜਿਹੀ ਬੇਨਤੀ ਕਰਨੀ ਬਣਦੀ ਹੈ, ਕਿਉਂਕਿ ਕੁਝ ਸੰਗਤਾਂ ਜਿੱਥੇ ਸ਼ਾਮ ਨੂੰ ਵੀ ਹਾਜ਼ਰੀ ਭਰਦੀਆਂ, ਕੁਝ ਸੰਗਤਾਂ ਅੰਮ੍ਰਿਤ ਵੇਲੇ ਹੀ ਹਾਜ਼ਰੀ ਭਰਦੀਆਂ ਹਨ। ਮਹਾਰਾਜ ਸਾਹਿਬ ਦੇ ਦਿਹਾੜੇ ਚੱਲ ਰਹੇ, ਅਤੇ ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਜੀ ਰਾਮਕਲੀ ਰਾਗ ਦੇ ਵਿੱਚ ਜਿਵੇਂ ਬਖਸ਼ਿਸ਼ ਕਰਦੇ ਹਨ, ਤੋ ਸਤਿਗੁਰੂ ਗਰੀਬ ਨਵਾਜ ਦਾ ਪਵਿੱਤਰ ਉਪਦੇਸ਼ ਸਰਵਣ ਕਰੀਏ, ਨਾਲ ਥੋੜ੍ਹਾ ਥੋੜ੍ਹਾ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਆਪਾਂ ਇਸ ਤਰ੍ਹਾਂ ਬੇਨਤੀ ਸਾਂਝੀ ਹਰ ਰੋਜ਼ ਹੀ ਕਰਨੀ ਹੈ, ਜਿਵੇਂ ਗਰੀਬ ਨਵਾਜ ਕਿਰਪਾ ਕਰਨਗੇ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਨਾਮ। ਰਾਮਕਲੀ ਰਾਗ ਹੈ, ਨਾਵੇਂ ਪਾਤਸ਼ਾਹ ਤਿਲਕ ਜੰਝੂ ਦੇ ਰਾਖੇ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਪ੍ਰਾਨੀ ਨਾਰਾਇਣ ਸੁਧ ਦੇ। ਮਹਾਰਾਜ ਕਹਿੰਦੇ, ਹੇ ਪ੍ਰਾਨੀ, ਪ੍ਰਾਣਾ ਧਾਰੀ ਜੀ, ਨਾਰਾਇਣ ਨਾਮ ਹੈ ਪਰਮੇਸ਼ਰ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਉਸ ਪ੍ਰਭੂ ਦੇ ਸਿਮਰਨ ਭਗਤੀ ਕਰਨ ਦੀ ਸੁਧ ਲੇਹ, ਖਬਰਸਾਰ ਲੈਣਾ ਕਰ। ਭਾਵ ਨਾਰਾਇਣ ਦੀ ਯਾਦ ਵਿੱਚ ਜੁੜ, ਇਹ ਸੁਧ ਲੈਣਾ ਕਰ, ਇਹ ਸੁਧ ਪ੍ਰਾਪਤ ਕਰ। ਪ੍ਰਭੂ ਦੀ ਯਾਦ ਵਿੱਚ, ਨਾਰਾਇਣ ਦੀ ਯਾਦ ਵਿੱਚ ਜੁੜ, ਵਾਹਿਗੁਰੂ ਜੀ ਦੀ ਬੰਦਗੀ ਕਰ। ਮਹਾਰਾਜ ਪ੍ਰਾਣੀ ਕਹਿ ਕੇ ਸੰਬੋਧਨ ਕਰਦੇ ਆ ਗੁਰਬਾਣੀ ਵਿੱਚ। ਨੰਨੇ ਨਾਲ ਵੀ, ਇੱਥੇ ਨੰਨੇ ਨਾਲ ਆਇਆ ਪ੍ਰਾਨੀ, ਕਈਆਂ ਥਾਵਾਂ ਤੇ ਨਾਣੇ ਨਾਲ ਵੀ ਆਇਆ ਪ੍ਰਾਣੀ। ਜਿਵੇਂ ਮਹਾਰਾਜ ਕਹਿੰਦੇ, ਪ੍ਰਾਣੀ ਏਕੋ ਨਾਮ ਧਿਆਵਹੁ, ਆਪਣੀ ਪਤ ਸੇਤੀ ਘਰ ਜਾਵਹੁ। ਤੇ ਸਾਨੂੰ ਪ੍ਰਾਣੀ ਕਹਿ ਕੇ ਗੁਰਬਾਣੀ ਵਿੱਚ ਕਿਉਂ ਸੰਬੋਧਨ ਕੀਤਾ ਹੈ? ਕਿਉਂਕਿ ਸਾਡਾ ਸਰੀਰ ਪ੍ਰਾਣਾਂ ਦੇ ਆਸਰੇ ਚੱਲਦਾ ਹੈ। ਸਾਧ ਸੰਗਤ ਜੀ, 10 ਪ੍ਰਕਾਰ ਦੇ ਪ੍ਰਾਣ ਹਨ ਸਾਡੇ ਸਰੀਰ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਸਵਾਸ ਵੀ ਕਹਿ ਦਿੰਦੇ ਹਾਂ, ਦਮ ਵੀ ਕਹਿ ਦਿੰਦੇ ਹਾਂ। ਇੱਕ ਤਰ੍ਹਾਂ ਦੀ ਹਵਾ ਹੀ ਹੈ ਸਾਧ ਸੰਗਤ ਜੀ। ਭਾਵੇਂ ਸਵਾਸ ਕਹਿ ਦਈਏ, ਭਾਵੇਂ ਦਮ ਕਹਿ ਦਈਏ, ਭਾਵੇਂ ਪ੍ਰਾਣ ਕਹਿ ਦਈਏ, ਪਰ ਹੈ ਤਾਂ ਇਹ ਹਵਾ ਹੀ ਹੈ। ਇੱਕ ਥਾਂ ਤੇ ਗੁਰਬਾਣੀ 'ਚ ਮਹਾਰਾਜ ਨੇ ਆਖਿਆ ਵੀ ਹੈ, ਸਤਿਗੁਰਾਂ ਨੇ ਫੂਕ ਆਖਿਆ, ਫੂਕ। ਹੁਣ ਫੂਕ ਮਾਰੀਏ ਤੇ ਫੂਕ ਕੀ ਹੁੰਦੀ ਹੈ? ਹਵਾ ਹੀ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਵੀ ਬੰਦਿਆ, ਤੇਰੇ ਵਿੱਚ ਫੂਕ ਹੀ ਭਰੀ ਪਈ ਹੈ, ਵੀ ਹਵਾ ਦੇ ਆਸਰੇ ਹੀ ਤੂੰ ਚੱਲਦਾ, ਤਾਂ ਪ੍ਰਾਣੀ ਆਖਿਆ ਜਾਂਦਾ, ਪ੍ਰਾਣਾਂ ਦੇ ਆਸਰੇ ਚੱਲਦਾ ਹੈ। ਤੇ ਜਦੋਂ ਇਹ ਪ੍ਰਾਣ ਸਮਾਪਤ ਹੋ ਜਾਂਦੇ ਤੇ ਆਪਾਂ ਕਹਿ ਦਿੰਦੇ ਹਾਂ ਵੀ ਸਾਹ ਮੁੱਕ ਗਏ, ਪ੍ਰਾਣ ਸਮਾਪਤ ਹੋ ਗਏ, ਪ੍ਰਾਣ ਪੰਖੇਰੂ ਉੱਡ ਗਏ, ਇਹ ਅੱਖਰ ਵਰਤੇ ਜਾਂਦੇ ਆ। ਸਾਡਾ ਸਰੀਰ ਪ੍ਰਾਣਾਂ ਨਾਲ ਚੱਲਦਾ ਹੈ, ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰਾਣੀ ਕਹਿ ਕੇ ਸੰਬੋਧਨ ਕੀਤਾ ਹੈ। ਤੇ ਪ੍ਰਾਣ 10 ਪ੍ਰਕਾਰ ਦੇ ਲਿਖੇ ਸਾਧ ਸੰਗਤ ਜੀ ਗੁਰਮੁਖਾਂ ਨੇ। 5 ਪ੍ਰਾਣ ਤੇ 5 ਉਪ ਪ੍ਰਾਣ ਹਨ, 5 ਮੁੱਖ ਪ੍ਰਾਣ ਹਨ। ਭਾਵ 10 ਪ੍ਰਕਾਰ ਦੀ ਸਾਡੇ ਸਰੀਰ 'ਚ ਹਵਾ ਹੈ। ਇਹ ਜਿਹੜੇ ਸਵਾਸ ਅਸੀਂ ਲੈਂਦੇ ਹਾਂ, ਜੋ ਬਾਹਰ ਨੂੰ ਸਾਹ ਆਉਂਦਾ ਹੈ, ਫਿਰ ਅੰਦਰ ਨੂੰ ਜਾਂਦਾ ਹੈ, ਜਿਹਨੂੰ ਸਾਸ ਦੇ ਗਰਾਸ ਆਖਿਆ ਹੈ। ਤੇ ਹੋਰ ਵੀ ਸਰੀਰ ਦੇ ਅੰਦਰੋਂ ਜਿਸ ਪ੍ਰਕਾਰ ਦੀ ਹਵਾ ਜਿਹੜੀ ਸਰਦੀ ਹੈ ਜਾਂ ਉਬਾਸੀ ਲਈ ਜਾਂਦੀ ਹੈ, ਛਿੱਕ ਆਉਂਦੀ ਹੈ, ਇਹ ਕਈ ਪ੍ਰਕਾਰ ਦੀ ਜਿਹੜੀ ਸਾਡੇ ਸਰੀਰ ਦੀ ਕਿਰਿਆ, ਇਹ ਸਾਰੇ ਪ੍ਰਾਣਾਂ ਦੀ ਹਰਕਤ ਹੈ, ਪ੍ਰਾਣਾਂ ਦੇ ਕਰਕੇ ਹੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇੱਕ ਥਾਂ ਦੇ ਉੱਤੇ ਫੂਕ ਆਖਿਆ ਹੈ, ਫੂਕ। ਸਤਿਗੁਰੂ ਕਹਿੰਦੇ, ਹੇ ਬੰਦਿਆ, ਜਦੋਂ ਤੇਰੇ ਅੰਦਰੋਂ ਸਾਹ ਨਿਕਲ ਗਏ ਸਾਰੇ, ਉੱਥੇ ਮਹਾਰਾਜ ਨੇ ਆਖਿਆ ਫੂਕ ਨਿਕਲ ਗਈ, ਤੇ ਤੇਰਾ ਸਰੀਰ ਜਿਹੜਾ ਵਾ ਇਹ ਸਵਾਹ ਦੀ ਢੇਰੀ ਹੋ ਜਾਣਾ। ਗੱਡੀਆਂ ਚੱਲਦੀਆਂ ਤੇ ਵੇਖੋ, ਗੱਡੀਆਂ ਦੇ ਟਾਇਰਾਂ ਵਿੱਚ ਫੂਕ ਭਰੀ ਜਾਂਦੀ ਹੈ। ਭਾਵੇਂ ਸਾਈਕਲ ਹੋਵੇ, ਉਹਦੇ ਵੀ ਟਾਇਰ ਵਿੱਚ ਫੂਕ ਭਰੀ ਜਾਂਦੀ ਹੈ। ਮੋਟਰਸਾਈਕਲ ਦੇ ਵਿੱਚ ਵੀ ਫੂਕ ਭਰੀ ਜਾਂਦੀ ਹੈ।
ਨਾ ਹੋਵੇ ਵਿੱਚ ਨਿਕਲ ਜਾਵੇ ਤੇ ਉਹ ਚੱਲਦਾ ਹੀ ਨਹੀਂ ਹੈ, ਗੱਡੀਆਂ ਦੇ ਹਵਾ ਭਰੀ ਜਾਂਦੀ ਹੈ। ਸਤਿਗੁਰਾਂ ਨੇ ਧੁਰ ਕੀ ਬਾਣੀ ਚ ਆਖਿਆ, ਬੰਦਿਆ ਤੇਰੇ ਅੰਦਰ ਵੀ ਫੂਕ ਹੀ ਭਰੀ ਹੋਈ ਹੈ, ਜਿੱਦਣ ਇਹ ਫੂਕ ਨਿਕਲ ਗਈ ਤੇ ਇਹ ਨਹੀਂ, ਫਿਰ ਸਰੀਰ ਦੀ ਗੱਡੀ ਨਹੀਂ ਚੱਲਣੀ, ਸਰੀਰ ਨਹੀਂ ਚੱਲਣਾ। ਨਿਕਸਿਓ ਫੂਕ ਤਾਂ ਹੋਏ ਗਇਓ ਸੁਆਹਾ, ਫਿਰ ਤੂੰ ਸਵਾਹ ਦੀ ਢੇਰੀ ਹੋ ਜਾਣਾ। ਇਹ ਹਵਾ ਹੀ ਹੈ ਸਾਧ ਸੰਗਤ ਜੀ, ਪ੍ਰਾਣ, ਤੇ ਪ੍ਰਾਣਾ ਕਰਕੇ ਜੀਵ ਚੱਲਦਾ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਪ੍ਰਾਣੀ, ਤੇ ਪ੍ਰਾਣਾ ਨੇ ਸਰੀਰ ਨੂੰ ਆਸਰਾ ਦਿੱਤਾ ਤੇ ਪ੍ਰਾਣਾ ਨੂੰ ਆਸਰਾ ਪਰਮੇਸ਼ਰ ਨੇ ਦਿੱਤਾ ਜੀ। ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਇਹ ਪ੍ਰਾਣ ਚੱਲਦੇ ਆ। ਅੰਮ੍ਰਿਤ ਬਾਣੀ ਚ ਮਹਾਰਾਜ ਨੇ ਫਰਮਾਇਆ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ। ਪ੍ਰਭੂ ਜੀ ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਹੋ। ਵਾਹਿਗੁਰੂ ਜੀ ਆਪ ਜੀ ਨੇ ਮੇਰੇ ਪ੍ਰਾਣਾਂ ਨੂੰ ਆਸਰਾ ਦਿੱਤਾ ਹੋਇਆ ਹੈ। ਇਹ ਪ੍ਰਾਣਾਂ ਦੇ ਰਾਹੀਂ ਸਰੀਰ ਨੂੰ ਆਸਰਾ ਦਿੱਤਾ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰੈ। ਤਾਂ ਮਹਾਰਾਜ ਕਹਿੰਦੇ ਪ੍ਰਾਨੀ ਨਾਰਾਇਣ ਸੁਧ ਲੇਹ। ਨਾਰਾਇਣ ਜਿਸ ਪ੍ਰਭੂ ਦੇ ਵਿੱਚ ਨਹੀਂ ਹੈ ਅਵਿਦਿਆ ਰੂਪੀ, ਅਗਿਆਨਤਾ ਰੂਪੀ ਕਾਲੀ ਬੋਲੀ ਰਾਤ, ਜਿਹੜਾ ਰੌਸ਼ਨ ਮੁਨਾਰਾ ਹੈ, ਪ੍ਰਕਾਸ਼ ਰੂਪ ਹੈ, ਚਾਨਣ ਰੂਪ ਹੈ, ਐਸਾ ਉਹ ਨਾਰਾਇਣ ਹੈ। ਨਹੀਂ ਹੈ ਜਿਸ ਵਿੱਚ ਅਗਿਆਨਤਾ ਦੀ ਰਾਤ, ਤੇ ਨਹੀਂ ਹੈ ਨਾ ਅਰ ਆਇਣ, ਜਿਸ ਵਿੱਚ ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ, ਇਹ ਵਿਕਾਰਾਂ ਰੂਪੀ ਅਰੀ ਵੈਰੀ ਵੀ ਨਹੀਂ ਹੈ ਜਿਸ ਦੇ ਵਿੱਚ, ਨਾ ਅਰ ਆਇਨ। ਤੇ ਨਰਾਂ ਨਰਾਂ ਵਿੱਚ ਆਇਨ, ਜਿਹੜਾ ਨਰਾਂ ਨਰਾਂ ਵਿੱਚ ਆਇਆ ਹੋਇਆ ਹੈ, ਰਮੰਤੀ ਰਾਮਾ ਹੈ, ਸਰਬ ਵਿਆਪਕ ਹੈ, ਸਭ ਥਾਵਾਂ ਦੇ ਉੱਤੇ ਵਿਆਪਕ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਮਹਾਰਾਜ ਕਹਿੰਦੇ ਉਸ ਨਾਰਾਇਣ ਪਰਮੇਸ਼ਰ ਦੀ ਸੁੱਧ ਲੈਣਾ ਕਰ, ਭਾਵ ਉਸ ਦੇ ਸਿਮਰਨ ਭਗਤੀ ਦੀ ਖਬਰਸਾਰ ਲੈ, ਉਹਦੀ ਬੰਦਗੀ ਵਿੱਚ ਜੁੜ ਜਾ, ਉਸ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਹੇ ਮਨੁੱਖ, ਹੇ ਪ੍ਰਾਣੀ ਵਸਾਉਣਾ ਕਰ। ਛਿਨ ਛਿਨ ਔਰ ਕਟੈ ਜਿਸ ਬਾਸੁਰ। ਗਰੀਬ ਨਵਾਜ ਸਤਿਗੁਰੂ ਕਹਿੰਦੇ ਛਿਨ ਛਿਨ ਕਰਕੇ, ਥੋੜਾ ਥੋੜਾ ਸਮਾਂ ਕਰਕੇ ਤੇਰੀ ਉਮਰ ਦਿਨੇ ਰਾਤ ਘਟਦੀ ਜਾ ਰਹੀ ਹੈ। ਉਮਰ ਘਟਦੀ ਜਾ ਰਹੀ ਹੈ, ਦਿਨੇ ਵੀ ਘਟਦੀ ਜਾ ਰਹੀ ਹੈ, ਰਾਤ ਵੀ ਘਟਦੀ ਜਾ ਰਹੀ ਹੈ। ਇੱਕ ਛਿਨ ਛਿਨ ਕਰਕੇ, ਮਿੰਟ ਸਕਿੰਟ ਕਰਕੇ ਉਮਰ ਘਟਦੀ ਜਾ ਰਹੀ ਹੈ। ਘਟ ਸ਼ਬਦ ਕਿਹਾ ਮਹਾਂਪੁਰਖਾਂ ਨੇ ਆਖਿਆ, ਦੋ ਛਿਨ ਗੁਜ਼ਰ ਜਾਂਦੇ ਆ। ਜਿੰਨਾ ਚਿਰ ਘਟ ਆਖੀਏ ਨਾ, ਘੱਗਾ ਤੇ ਟਹਿਕਾ, ਘਟ ਇੰਨਾ ਹੀ ਕਹਿਣ ਦੇ ਨਾਲ ਕਹਿੰਦੇ ਇੰਨੇ ਸਮੇਂ 'ਚ ਦੋ ਛਿਨ ਗੁਜ਼ਰ ਜਾਂਦੇ ਆ। ਛਿਨ ਜਿਹੜਾ ਵਾ ਬਹੁਤ ਘੱਟ ਸਮੇਂ ਦਾ ਵਾਚਕ ਹੈ। ਸਤਿਗੁਰੂ ਕਹਿੰਦੇ ਵੀ ਥੋੜੇ ਥੋੜੇ ਸਮੇਂ ਦੇ ਵਿੱਚ, ਸਕਿੰਟ ਸਕਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਤੇਰੀ ਉਮਰ ਜਿਹੜੀ ਇਹ ਘਟਦੀ ਜਾ ਰਹੀ, ਭੋਰਾ ਭੋਰਾ ਕਰਕੇ, ਭੋਰਾ ਭੋਰਾ ਕਰਕੇ। ਛਿਨ ਛਿਨ ਔਦ ਘਟੈ ਨਿਸ ਬਾਸੁਰ। ਨਿਸ ਨਾਮ ਰਾਤ ਦਾ, ਬਾਸੁਰ ਨਾਮ ਦਿਨ ਦਾ, ਰਾਤ ਵੀ ਤੇ ਦਿਨੇ ਵੀ। ਸਾਧ ਸੰਗਤ ਜੀ, ਮੁਸਾਫਰ ਉਸ ਨੂੰ ਕਿਹਾ ਜਾਂਦਾ ਜਿਹੜਾ ਸਫ਼ਰ ਕਰਦਾ ਹੈ, ਸਫ਼ਰ ਕਰਦਾ ਹੈ, ਉਹਨੂੰ ਮੁਸਾਫਰ ਕਿਹਾ ਜਾਂਦਾ ਹੈ। ਰਾਹੀ ਕਿਹਾ ਜਾਂਦਾ, ਰਾਹ ਤੇ ਤੁਰਿਆ ਜਾਂਦਾ ਹੈ। ਅਸੀਂ ਜਿੰਨੇ ਆ ਸਾਰੇ ਹੀ ਮੁਸਾਫਰ ਹਾਂ। ਸੰਸਾਰ ਇੱਕ ਮੁਸਾਫਰਖਾਨਾ ਹੈ। ਅਸੀਂ ਜਿੰਨੇ ਆ ਸਾਰੇ ਹੀ ਰਾਹੀ ਹਾਂ ਤੇ ਰਾਹ ਤੇ ਤੁਰੇ ਜਾ ਰਹੇ ਹਾਂ। ਇੱਕ ਰਾਹ ਤੇ ਉਹ ਨਾ ਜਿਹੜੀ ਪਿਆ ਰੋਡ ਬਣਿਆ, ਸੜਕ ਬਣੀ, ਉਹਦੇ ਤੇ ਤੁਰਨ ਵਾਲਾ, ਸਫ਼ਰ ਕਰਨ ਵਾਲੇ ਨੂੰ ਰਾਹੀ ਕਿਹਾ ਜਾਂਦਾ। ਪਰ ਹਰੇਕ ਇਨਸਾਨ ਜਿਹੜਾ ਹੈ ਇਹ ਰਾਹੀ ਹੈ। ਸੁਖਮਨੀ ਸਾਹਿਬ 'ਚ ਇੱਕ ਪੰਕਤੀ ਆਉਂਦੀ ਮਹਾਰਾਜ ਪੰਚਮ ਪਾਤਸ਼ਾਹ ਦੀ। ਸਤਿਗੁਰੂ ਕਹਿੰਦੇ ਬਟਾਊ ਸਿਓ ਜੋ ਲਾਵੈ ਨੇਹ, ਤਾਕੋ ਹਾਥ ਨਾ ਆਵੈ ਕੇਹ। ਬਟਾਊ ਆਖਿਆ ਮਹਾਰਾਜ ਨੇ। ਅਸੀਂ ਸਾਰੇ ਬਟਾਊ ਹਾਂ। ਵਾਟ ਕਹਿੰਦੇ ਰਸਤੇ ਨੂੰ ਤੇ ਬਟਾਊ ਕਹਿੰਦੇ ਰਸਤੇ ਤੇ ਤੁਰਨ ਵਾਲੇ ਨੂੰ। ਜਿਹੜਾ ਰਸਤੇ ਤੇ ਤੁਰਿਆ ਜਾਂਦਾ, ਮਹਾਰਾਜ ਕਹਿੰਦੇ ਉਹਦੇ ਨਾਲ ਨੇਹ ਕੀ ਲਾਉਣਾ। ਉਹ ਅੱਜ ਇੱਥੇ ਹੈ ਸੁਲਤਾਨਪੁਰ, ਕੱਲ ਨੂੰ ਕਪੂਰਥਲੇ, ਪਰਸੋਂ ਜਲੰਧਰ, ਮੁੜ ਕੇ ਪਤਾ ਨਹੀਂ ਗਾਂਹ ਨੂੰ ਚਲੇ ਜਾਵੇ। ਉਹ ਤੇ ਤੁਰਿਆ ਜਾ ਰਿਹਾ ਹੈ।
ਤੇ ਸਤਿਗੁਰੂ ਕਹਿੰਦੇ ਜਿੰਨੇ ਜੀਵ ਆ ਇਹ ਸਾਰੇ ਤੁਰੇ ਹੀ ਜਾ ਰਹੇ ਆ, ਰਸਤੇ ਤੇ ਆ। ਜਨਮ ਹੋਇਆ, ਬਚਪਨ ਹੈ, ਜਵਾਨੀ ਆ ਬਚਪਨ ਲੰਘ ਗਿਆ ਸਾਡਾ ਰਸਤੇ ਤੇ, ਜਵਾਨੀ ਲੰਘ ਗਈ। ਛਿਨ ਛਿਨ ਯੋਧ ਘਟੈ ਨਿਸਬਾਸਰ। ਜਿਹੜਾ ਰਾਹ ਤੇ ਤੁਰਨ ਵਾਲਾ ਉਹ ਤਾਂ ਫਿਰ ਵੀ ਕਿਤੇ ਰੁਕ ਜਾਂਦਾ ਹੈ, ਪਰ ਜਿਹੜਾ ਇਹ ਮਨੁੱਖ ਹੈ ਨਾ, ਇਹ ਇਸ ਤਰ੍ਹਾਂ ਦਾ ਬਟਾਊ ਆ, ਇਸ ਤਰ੍ਹਾਂ ਦਾ ਰਾਹੀ ਆ ਵੀ ਭਾਵੇਂ ਬੈਠਾ ਹੋਵੇ ਤਾਂ ਵੀ ਤੁਰਿਆ ਜਾਂਦਾ। ਅਸੀਂ ਬੈਠੇ ਆ ਤੇ ਤਾਂ ਵੀ ਸਾਡੀ ਉਮਰ ਘਟਦੀ ਜਾ ਰਹੀ ਹੈ, ਜੇ ਖਲੋਤੇ ਆ ਤਾਂ ਵੀ ਘਟਦੀ ਜਾ ਰਹੀ, ਜੇ ਕੁਝ ਖਾ ਪੀ ਰਹੇ ਆ ਤਾਂ ਵੀ ਤੁਰੇ ਜਾ ਰਹੇ, ਤਾਂ ਵੀ ਘਟਦੀ ਜਾ ਰਹੀ ਹੈ, ਸੁੱਤੇ ਆ ਤੇ ਤਾਂ ਵੀ ਘਟਦੀ ਜਾ ਰਹੀ ਆ। ਸਤਿਗੁਰੂ ਜੀ ਨੇ ਆਖਿਆ ਵੀ ਨਿਸਬਾਸਰ, ਰਾਤ ਦਿਨ ਕਰਕੇ ਉਮਰ ਗੁਜ਼ਰਦੀ ਜਾ ਰਹੀ ਹੈ, ਲੰਘਦੀ ਜਾ ਰਹੀ। ਜੇ ਹੱਸਦੇ ਆ ਤੇ ਤਾਂ ਵੀ ਘਟਦੀ ਜਾ ਰਹੀ ਹੈ, ਜੇ ਰੋਂਦੇ ਆ ਤੇ ਤਾਂ ਵੀ ਘਟਦੀ ਜਾ ਰਹੀ, ਘਟੀ ਜਾਂਦੀ ਹੈ, ਤੁਰੀ ਜਾ ਰਹੀ ਹੈ। ਇਸੇ ਨੂੰ ਮਹਾਰਾਜ ਨੇ ਆਖਿਆ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਉਮਰ ਦੀ ਨਦੀ ਜਿਹੜੀ ਉਹ ਵਹਿੰਦੀ ਜਾਂਦੀ ਆ, ਪਰ ਕਦੇ ਇੱਧਰੇ ਦ੍ਰਿਸ਼ਟੀ ਲਿਆਉਂਦਾ ਹੀ ਨਹੀਂਗਾ, ਖਿਆਲ ਲਿਆਉਂਦਾ ਹੀ ਨਹੀਂਗਾ। ਪਤਨ ਤੇ ਖਲੋ ਕੇ ਵੇਖੀਏ ਤੇ ਦਰਿਆ ਭਰਿਆ ਭਰਿਆ ਹੀ ਲੱਗਦਾ ਹੈ, ਪਰ ਜਿਹੜਾ ਪਹਿਲਾ ਪਾਣੀ ਸੀ ਉਹ ਤੇ ਪਤਨਾਂ ਤੋਂ ਗਾਂਹ ਲੰਘ ਗਿਆ, ਪਿੱਛੋਂ ਤੇ ਹੋਰ ਆ ਗਿਆ। ਇਸੇ ਤਰ੍ਹਾਂ ਉਮਰ ਜਿਹੜੀ ਆ ਇਹ ਲੱਗਦੀ ਤਾਂ ਖਲੋਤੀ ਆ ਭਰੀ ਭਰੀ, ਪਰ ਸਤਿਗੁਰੂ ਕਹਿੰਦੇ ਜਿਹੜਾ ਸਵਾਸ ਇੱਕ ਵਾਰੀ ਨਿਕਲ ਗਿਆ ਉਹ ਦੁਬਾਰਾ ਥੋੜ੍ਹਾ ਮੁੜ ਕੇ ਆਉਣਾ। ਇਸੇ ਨੂੰ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਧ ਕੀਜੈ, ਸੋ ਦਿਨ ਆਵਨ ਲਾਗਾ। ਉਹ ਜਿਹੜਾ ਦਿਨ ਵਾ ਨਾ ਜਿਹਦੇ ਤੋਂ ਸਾਰੇ ਡਰਦੇ, ਅੰਤਲਾ ਦਿਨ, ਉਹ ਤਾਂ ਮਹਾਰਾਜ ਕਹਿੰਦੇ ਹਰੇਕ ਛਿਨ ਨੇੜੇ ਆਉਣ 'ਚ ਲੱਗਾ ਹੋਇਆ ਹੈ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਉ ਹੈ ਕਾਕਾ। ਭਗਤ ਕਬੀਰ ਸਾਹਿਬ ਜੀ ਨੇ ਹੋਰ ਵੀ ਬਚਨ ਕੀਤਾ। ਉਹ ਕਹਿੰਦੇ ਮਾਤਾ ਕਹਿੰਦੀ ਹੈ ਮੇਰਾ ਪੁੱਤ ਵੱਡਾ ਹੁੰਦਾ ਜਾਂਦਾ ਹੈ, ਲਾਡ ਲਡਾਉਂਦੀ ਹੈ, ਤੇ ਲਾਡ ਕਰਦੇ ਹੋਇਆ ਫਿਰ ਬੜੇ ਪ੍ਰੇਮ ਵਾਲੇ ਬੋਲ ਬੋਲੇ ਜਾਂਦੇ ਵੀ ਮੇਰਾ ਪੁੱਤ ਤੇ ਮੋਰ ਵਰਗਾ, ਮੇਰਾ ਪੁੱਤ ਤੇ ਤੋਤੇ ਵਰਗਾ, ਇਹ ਮੇਰਾ ਪੁੱਤ ਵੱਡਾ ਹੁੰਦਾ ਜਾਂਦਾ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ। ਇਹ ਮੋਰ ਮੋਰ ਦਾ ਅਰਥ ਇਹ ਵੀ ਹੈ ਕੀਤਾ ਟੀਕੇਕਾਰਾਂ ਨੇ ਵੀ ਮੇਰਾ ਮੇਰਾ ਕਰਕੇ ਬਹੁਤ ਲਾਡ ਕਰਦੀ, ਤੇ ਸੰਪਰਦਾਇ ਮਹਾਂਪੁਰਖਾਂ ਨੇ ਮੋਰ ਮੋਰ ਦਾ ਅਰਥ ਇਹ ਵੀ ਕੀਤਾ ਵੀ ਕਦੀ ਕਹਿੰਦੀ ਹੈ ਮੇਰਾ ਪੁੱਤ ਮੋਰ ਵਰਗਾ, ਕਦੀ ਕਹਿੰਦੀ ਮੇਰਾ ਪੁੱਤ ਤੋਤੇ ਵਰਗਾ। ਮੋਰ ਮੋਰ ਕਹਿ ਕੇ, ਮੇਰਾ ਮੇਰਾ ਕਹਿ ਕੇ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹੱਸੈ। ਪਰ ਜਮ ਰਾਜਾ ਵੇਖ ਵੇਖ ਕੇ ਹੱਸ ਰਿਹਾ ਵੀ ਜਿੰਨਾ ਮਰਜ਼ੀ ਮੇਰਾ ਮੇਰਾ ਕਹਿ ਲਾ, ਆਉਣਾ ਤੇ ਮੇਰੇ ਕੋਲ ਹੀ ਇਹਨੇ। ਪੇਖਤ ਹੀ ਜਮ ਰਾਓ ਹੱਸੈ। ਤੋ ਇਸ ਪ੍ਰਕਾਰ ਦੀ ਹਾਲਤ ਹੈ। ਸਤਿਗੁਰੂ ਜੀ ਕਹਿੰਦੇ ਵੀ ਦਿਨੇ ਰਾਤ ਕਰਕੇ ਇਹ ਭਾਈ ਉਮਰ ਘਟਦੀ ਜਾ ਰਹੀ ਹੈ, ਤੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਦੀ ਸੁੱਧ ਲੈ, ਖਬਰਸਾਰ ਲੈਣਾ ਕਰ, ਕਿਤੇ ਇੰਝ ਹੀ ਨਾ ਲੰਘ ਜਾਵੇ। ਜਿਹੜੀ ਇਹ ਦੇਹ ਪ੍ਰਾਪਤ ਹੋਈ ਹੈ ਨਾ, ਅਮੋਲਕ ਸਰੀਰ ਮਾਨਸ ਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਤੇਰੀ ਮਨੁੱਖਾ ਦੇ ਬਿਰਥਾ ਹੀ ਜਾ ਰਹੀ, ਵਿਅਰਥ ਹੀ ਜਾ ਰਹੀ ਹੈ। ਬਿਰਥਾ ਤੋਂ ਭਾਵ ਨਿਸਫਲ ਹੀ ਜਾ ਰਹੀ ਹੈ, ਐਵੇਂ ਹੀ ਗੁਜ਼ਰ ਰਹੀ ਹੈ ਸਿਮਰਨ ਭਜਨ ਤੋਂ ਬਿਨਾਂ। ਤੇ ਬਿਰਥਾ ਦਾ ਅਰਥ ਪੀੜਾ ਵੀ ਹੁੰਦਾ ਹੈ। ਜਿੱਥੇ ਐਵੇਂ ਹੀ ਵਿਅਰਥ ਖਾਲੀ ਗੁਜ਼ਰ ਰਹੀ ਹੈ ਨਾ ਬੰਦਗੀ ਤੋਂ ਬਿਨਾਂ, ਤੇ ਫਿਰ ਤੈਨੂੰ ਬਿਰਥਾ ਵੀ ਝੱਲਣੀ ਪਵੇਗੀ, ਪੀੜਾ ਵੀ ਝੱਲਣੀ ਪਵੇਗੀ ਜੰਮਣ ਮਰਨ ਦੀ। 84 ਲੱਖ ਜੂਨਾਂ ਦੀ ਬਿਰਥਾ ਪੀੜਾ ਵੀ ਝੱਲਣੀ ਪਵੇਗੀ। ਬਿਰਥਾ ਜਾਤ ਹੈ ਦੇ, ਬਿਰਥਾ ਐਵੇਂ ਨਿਸਫਲ ਹੀ ਤੇਰੀ ਦੇਹ ਤੁਰੀ ਜਾ ਰਹੀ ਹੈ। ਉਮਰ ਦਾ ਸਮਾਂ ਲੰਘਦਾ ਜਾ ਰਿਹਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਨਾਵੇਂ ਪਾਤਸ਼ਾਹ, ਤਰਨਾ ਪੋ
ਵਿਖਿਆ ਨਸਿਓ ਖੋਇਓ। ਤਰਨਾ ਪੋ ਕਹਿੰਦੇ ਜਵਾਨੀ ਪੁਣਾ, ਜਵਾਨੀ ਦਾ ਸਮਾਂ। ਮਹਾਰਾਜ ਕਹਿੰਦੇ ਜਦੋਂ ਜਵਾਨੀ ਦਾ ਸਮਾਂ ਤੂੰ ਉਹ ਵਿਸ਼ੇ ਵਿਕਾਰਾਂ ਵਿੱਚ ਹੀ ਗਵਾ ਦਿੱਤਾ ਹੈ। ਬਾਬਾ ਸੇਖ ਫਰੀਦ ਸਾਹਿਬ ਜੀ ਨੇ ਆਖਿਆ ਵੀ ਜਵਾਨੀ ਦਾ ਸਮਾਂ ਸਭ ਨਾਲੋਂ ਸੋਹਣਾ ਸਮਾਂ ਹੈ। ਉਂਝ ਤਾਂ ਸਾਰੇ ਸਮੇਂ ਹੀ ਸੋਹਣੇ ਆ, ਪਰ ਜਵਾਨੀ ਦੇ ਮੌਕੇ ਦੇ ਉੱਤੇ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਤੰਦਰੁਸਤ ਹੁੰਦਾ ਹੈ, ਦੇਹ ਨਵੀਂ ਨਰੋਈ ਹੁੰਦੀ ਹੈ। ਕੋਈ ਸਰੀਰ ਦਾ ਅੰਗ ਪੈਰ ਨਹੀਂ ਢਿੱਲਾ ਮੱਠਾ ਹੁੰਦਾ। ਜਿੰਨਾ ਚਿਰ ਮਰਜ਼ੀ ਚੌਂਕੜੀ ਲਾ ਸਕਦਾ, ਬਾਣੀ ਪੜ੍ਹ ਸਕਦਾ, ਨਾਮ ਜਪ ਸਕਦਾ, ਸੇਵਾ ਸਿਮਰਨ ਕਰ ਸਕਦਾ। ਪਰ ਬਾਬਾ ਸੇਖ ਫਰੀਦ ਸਾਹਿਬ ਜੀ ਕਹਿੰਦੇ ਵੀ ਵਿਰਲੇ ਵਿਰਲੇ ਆ ਜਿਨ੍ਹਾਂ ਦਾ ਜਵਾਨੀ ਦੇ ਵਿੱਚ ਵਾਹਿਗੁਰੂ ਦੇ ਨਾਲ ਚਿੱਤ ਜੁੜਦਾ ਹੈ, ਨਹੀਂ ਤੇ ਬਹੁਤਿਆਂ ਦਾ ਚਿੱਤ ਵਿਕਾਰਾਂ ਵਿੱਚ ਹੀ ਜੁੜ ਜਾਂਦਾ ਹੈ ਜਵਾਨੀ ਦੇ ਸਮੇਂ। ਜਿਹੜੇ ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖਦੇ ਆ, ਸਿਮਰਨ ਭਜਨ ਦੇ ਨਾਲ ਆਪਣੇ ਚਿੱਤ ਨੂੰ ਜੋੜਦੇ ਆ, ਕਹਿੰਦੇ ਉਹ ਵਿਰਲੇ ਪਾਏ ਜਾਂਦੇ, ਉਹ ਉੱਤਮ ਵਿਰਲੇ ਹਨ ਸੰਸਾਰ ਦੇ ਵਿੱਚ। ਫਰੀਦਾ ਉਮਰ ਸੁਹਾਵੜੀ, ਸੰਗ ਸੁਵੰਨੜੀ ਦੇਹ, ਵਿਰਲੇ ਕੇਈ ਪਾਈਅਨ, ਜਿਨ੍ਹਾਂ ਪਿਆਰੇ ਨੇਹ। ਜਿਨ੍ਹਾਂ ਦਾ ਪਿਆਰੇ ਨਾਲ ਨੇਹ ਹੈ। ਤਾਂ ਸਤਿਗੁਰੂ ਇੱਥੇ ਕਹਿੰਦੇ ਤਰਨਾ ਪੋ ਵਿਖਿਆ ਨਸਿਓ ਖੋਇਓ। ਜਵਾਨੀ ਦਾ ਸਮਾਂ ਹੈ ਜੀਵ ਤੂੰ ਵਿਸ਼ੇ ਵਿਕਾਰਾਂ ਵਿੱਚ ਹੀ ਗਵਾ ਦਿੱਤਾ, ਤਬਾਹ ਕਰ ਦਿੱਤਾ। ਬਾਲਪਨ ਅਗਿਆਨਾ, ਤੇ ਬਚਪਨ ਦਾ ਸਮਾਂ ਅਗਿਆਨ ਵਿੱਚ ਹੀ ਗਵਾ ਦਿੱਤਾ। ਖਾਣ ਪੀਣ ਵਿੱਚ, ਖੇਡਣ ਵਿੱਚ, ਬਚਪਨ ਵਿੱਚ ਵੀ ਨਹੀਂ ਸਮਝ ਆਈ ਤੈਨੂੰ। ਬਚਪਨ ਅਗਿਆਨ ਵਿੱਚ ਗਵਾਚ ਗਿਆ, ਜਵਾਨੀ ਵਿਕਾਰਾਂ ਵਿੱਚ ਗਵਾਚ ਗਈ। ਇਸ ਤਰ੍ਹਾਂ ਦੀ ਤੇਰੀ ਹਾਲਤ ਹੋ ਗਈ। ਬਿਰਧ ਕਯੋ ਬਧੂ ਨਹੀਂ ਸਮਝੈ, ਬਜ਼ੁਰਗ ਹੋ ਗਿਆ ਤੂੰ, ਹਾਲੇ ਵੀ ਤੈਨੂੰ ਸਮਝ ਨਹੀਂ ਆਈ। ਹਾਲੇ ਵੀ ਨਾਮ ਨਾਲ ਨਹੀਂ ਜੁੜਦਾ, ਹਾਲੇ ਵੀ ਨਾਮ ਦਾ ਰਸ ਨਹੀਂ ਤੈਨੂੰ ਪ੍ਰਾਪਤ ਹੁੰਦਾ। ਬਜ਼ੁਰਗ ਹੋ ਗਿਆ ਹੈ ਪਰ ਹਜੇ ਵੀ ਸਮਝਦਾ ਨਹੀਂ ਹੈ। ਕਿਹੜੀ ਖੋਟੀ ਮੱਤ ਦੇ ਵਿੱਚ ਮਹਾਰਾਜ ਕਹਿੰਦੇ ਫਸਿਆ ਹੋਇਆ ਹੈ। ਉਰਝਾਨਾ ਨਾਮ ਹੈ, ਉਲਝਿਆ ਹੋਇਆ ਹੈ। ਜਿਵੇਂ ਜਾਲ ਵਿੱਚ ਮੱਛੀ ਉਲਝ ਜਾਂਦੀ ਹੈ, ਫਸ ਜਾਂਦੀ ਹੈ। ਕਿਹੜੀ ਖੋਟੀ ਮੱਤ ਦੇ ਵਿੱਚ ਤੂੰ ਫਸਿਆ ਹੋਇਆ ਹੈ। ਬਚਪਨ ਅਗਿਆਨ ਵਿੱਚ ਗੁਜ਼ਰ ਗਿਆ, ਜਵਾਨੀ ਵਿਕਾਰਾਂ ਵਿੱਚ ਗੁਜ਼ਰ ਗਈ, ਤੇ ਬਜ਼ੁਰਗ ਹੋ ਗਿਆ ਤੇ ਹਾਲੇ ਵੀ ਸਮਝਦਾ ਨਹੀਂ ਹੈ। ਅਜੇ ਵੀ ਤੈਨੂੰ ਵਿਕਾਰ ਹੀ ਚੇਤੇ ਆਉਂਦੇ, ਅਜੇ ਵੀ ਵਾਸ਼ਨਾ ਹੀ ਚੇਤੇ ਆਉਂਦੀਆਂ, ਅਜੇ ਵੀ ਝੂਠ, ਨਿੰਦਿਆ, ਚੁਗਲੀ, ਈਰਖਾ, ਬਖੀਲੀ ਉਹਦੇ ਵਿੱਚ ਹੀ ਫਸਿਆ ਹੋਇਆ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਅੱਜ ਦਾ ਸ੍ਰੀ ਮੁਖ ਵਾਕ ਵੀ ਨਾਵੇਂ ਪਾਤਸ਼ਾਹ ਨੇ ਬਖਸ਼ਿਆ। ਸੋਰਠ ਰਾਗ ਦੇ ਅੰਦਰ, ਸੋਰਠ ਮਹੱਲਾ ਨਾਵਾਂ। ਮਨ ਰੇ ਕੌਣ ਕੁ ਮੱਤ ਤੈ ਲੀਨੀ, ਕਿ ਮਨਾ ਕਿਹੜੀ ਖੋਟੀ ਮੱਤ ਤੂੰ ਧਾਰਨ ਕਰ ਲਈ, ਭੈੜੀ ਮੱਤ ਲੈ ਲਈ ਤੂੰ। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਰਹਾਓ, ਪਰਾਏ ਸੰਗ ਕਰਨ ਵਿੱਚ, ਪਰਾਈ ਨਿੰਦਿਆ ਕਰਨ ਵਿੱਚ ਹੀ ਤੂੰ ਫਸਿਆ ਹੋਇਆ ਹੈ। ਪਰਮੇਸ਼ਰ ਦੀ ਭਗਤੀ ਕੀਤੀ ਨਹੀਂ ਤੂੰ ਮਨਾ, ਕਿਹੜੀ ਭੈੜੀ ਮੱਤ ਲੈ ਲਈ ਤੂੰ। ਮੁਕਤ ਪੰਥ ਜਾਣਿਓ ਤੈ ਨਾ ਹਨ, ਧਨ ਜੋਰਨ ਕਉ ਧਾਇਆ। ਦੌਲਤ ਇਕੱਠੀ ਕਰਨ ਵਾਸਤੇ ਤਾਂ ਦੌੜਦਾ ਹੀ ਰਹਿਣਾ ਹੈ, ਤੇ ਮੁਕਤੀ ਦੇ ਰਸਤੇ ਨੂੰ ਜਾਣਦਾ ਹੀ ਨਹੀਂ ਹੈ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਘਟ ਹੀ ਮਾਹੇ ਨਿਰੰਜਨ ਤੇਰੈ, ਤੈ ਖੋਜ ਤਿਉ ਦਿਆਨਾ। ਨਾ ਪਰਮੇਸ਼ਰ ਦਾ ਭਜਨ ਕੀਤਾ, ਤੇ ਗੁਰ ਜਨ ਦਾ ਅਰਥ ਹੈ ਬਜ਼ੁਰਗ। ਗੁਰਨਾਮ ਵੱਡੇ ਦਾ ਹੁੰਦਾ ਹੈ। ਗੁਰਨਾਮ ਜਿੱਥੇ ਗੁਰੂ ਦਾ ਵੀ ਹੈ, ਕਿਉਂਕਿ ਇੱਕ ਇੱਕ ਪਦ ਦੇ ਕਈ ਕਈ ਅਰਥ ਹੁੰਦੇ ਪ੍ਰਕਰਨ ਅਨੁਸਾਰ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਾ ਪਰਮੇਸ਼ਰ ਦਾ ਭਜਨ ਕੀਤਾ ਤੇ ਨਾ ਮਾਪਿਆਂ ਦੀ ਸੇਵਾ ਕੀਤੀ, ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ। ਗੁਰਜਨ ਜਿਹੜੇ ਵੱਡੇ ਜਨ ਵਾ, ਬਜ਼ੁਰਗ ਵਾ ਘਰ ਦੇ ਵਿੱਚ, ਮਾਤਾ ਪਿਤਾ, ਦਾਦੀ ਦਾਦਾ, ਉਹਨਾਂ ਬਜ਼ੁਰਗਾਂ ਦੀ ਸੇਵਾ ਵੀ ਨਹੀਂ ਕੀਤੀ ਤੂੰ। ਤੇ ਨਾ ਤੇਰੇ ਅੰਦਰ ਗਿਆਨ ਹੀ ਪੈਦਾ ਹੋਇਆ ਵੀ ਕਾਹਦੇ ਵਾਸਤੇ ਮੈਨੂੰ ਮਨੁੱਖਾ ਦੇਹ ਮਿਲੀ ਹੈ, ਮੈਂ ਕੀ ਕਰਨ ਵਾਸਤੇ ਆਇਆ, ਕੀ ਕਰ ਰਿਹਾ ਵਾਂ, ਕਿੱਥੇ ਜਾਣਾ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ।
ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ। ਪਰਮੇਸ਼ਰ ਤੇਰੇ ਹਿਰਦੇ ਵਿੱਚ ਵਸਦਾ, ਤੂੰ ਘਰ ਛੱਡ ਕੇ ਜੰਗਲਾਂ 'ਚ ਤੁਰਿਆ ਫਿਰਦਾ। ਮਹਾਰਾਜ ਕਹਿੰਦੇ ਤੈ ਖੋਜਤ ਉਦਿਆਨਾ, ਉਦਿਆਨ ਨਾਮ ਜੰਗਲ ਦਾ, ਤੂੰ ਜੰਗਲ 'ਚ ਭਾਲਦਾ ਫਿਰਦਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਵੀ ਜਿਹੜੇ ਲੋਕ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਨਾ ਕਰਦੇ, ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਤੇ ਤੀਰਥ ਭਾਵੇਂ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ, ਭਾਈ ਸਾਹਿਬ ਕਹਿੰਦੇ ਵੀ ਉਹਨਾਂ ਦਾ ਸਫਲਾ ਨਹੀਂ। ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਭਾਵੇਂ ਵੇਦਾਂ ਦੀ ਕਥਾ ਸੁਣਦੇ ਆ, ਉਹਨਾਂ ਦੀ ਕਥਾ ਕੀਤੀ ਹੋਈ ਤੇ ਸੁਣੀ ਹੋਈ ਸਫਲੀ ਨਹੀਂ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਕਹਿੰਦੇ ਵੀ ਉਹਨੇ ਕਥਾ ਕਹਾਣੀ ਦਾ ਭੇਦ ਹੀ ਨਹੀਂ ਜਾਣਿਆ ਜਿਸ ਨੇ ਮਾਂ ਪਿਓ ਨੂੰ ਤਾਂ ਛੱਡ ਦਿੱਤਾ, ਉਹਨਾਂ ਨੂੰ ਤੇ ਜਲ ਪਾਣੀ ਛਕਾਉਂਦਾ ਨਹੀਂ, ਉਹਨਾਂ ਦੀ ਤਾਂ ਸੇਵਾ ਕਰਦਾ ਨਹੀਂ, ਤੇ ਹੋਰ ਧਾਰਮਿਕ ਸਥਾਨਾਂ ਤੇ ਭਾਵੇਂ 68 ਤੀਰਥਾਂ ਦੀ ਯਾਤਰਾ ਕਰਦਾ। ਭਾਈ ਸਾਹਿਬ ਜੀ ਨੇ ਆਖਿਆ, ਕਹਿੰਦੇ ਉਹ ਘੁੰਮਣ ਘੇਰੀ 'ਚ ਹੀ ਪਿਆ ਹੋਇਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ। ਗੁਰਜਨ ਬਜ਼ੁਰਗਾਂ ਦਾ ਵੀ ਹੈ ਅਰਥ, ਤੇ ਗੁਰਜਨ ਦਾ ਅਰਥ ਹੈ ਗੁਰੂ ਦੇ ਜਨ ਵੀ ਹੈ, ਗੁਰੂ ਦੇ ਸਿੱਖ, ਗੁਰੂ ਕੀ ਸੰਗਤ। ਨਾ ਹਰੀ ਦਾ ਭਜਨ ਕੀਤਾ, ਨਾ ਗੁਰੂ ਕੇ ਸਿੱਖਾਂ ਸੇਵਕਾਂ ਦੀ ਸੇਵਾ ਕੀਤੀ, ਨਾ ਗਿਆਨ ਪੈਦਾ ਹੋਇਆ। ਤਾਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਉਂਦੇ, ਕਿਹੜੀ ਭੈੜੀ ਮੱਤ ਤੂੰ ਲੈ ਲਈ, ਕੌਣ ਕੁਮੱਤ ਉਰਜਾਨਾ। ਤੇਰੀਆਂ ਤਿੰਨੇ ਅਵਸਥਾਵਾਂ ਹੀ ਐਵੇਂ ਬੀਤ ਗਈਆਂ, ਬਚਪਨ ਵੀ, ਜਵਾਨੀ ਵੀ, ਬਿਰਧ ਅਵਸਥਾ ਵੀ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਮਹਾਰਾਜ ਕਹਿੰਦੇ ਜੇ ਤਿੰਨੇ ਅਵਸਥਾ 'ਚ ਭਜਨ ਨਹੀਂ ਨਾ ਕੀਤਾ, ਸਿਮਰਨ ਨਹੀਂ ਕੀਤਾ, ਤੇ ਮੰਨ ਲਾ ਇਸ ਗੱਲ ਨੂੰ ਵੀ ਇਹ ਤਿੰਨੇ ਅਵਸਥਾਵਾਂ ਵਿਅਰਥ ਹੀ ਚਲੇ ਗਈਆਂ, ਨਿਸਫਲੀਆਂ ਚਲ ਗਈਆਂ। ਦੂਜਾ ਅਰਥ ਕੀਤਾ ਹੈ ਵੀ ਜੇ ਸਿਮਰਨ ਨਹੀਂ ਕੀਤਾ, ਬਿਰਥਾ ਸਭ ਹੀ ਮਾਨ। ਹੋਰ ਮਾਣ ਭਾਵੇਂ ਤੂੰ ਬੜਾ ਚੁੱਕੀ ਫਿਰਦਾ ਵੀ ਮੈਨੂੰ ਮਾਣ ਸਤਿਕਾਰ ਬੜਾ ਦਿੱਤਾ ਜੀ ਦੁਨੀਆ ਨੇ, ਆਪਣੀ ਬੜੀ ਜੈ ਜੈਕਾਰ, ਬੜੀ ਬੱਲੇ ਬੱਲੇ ਆ, ਖਾਣ ਵਾਸਤੇ ਬਹੁਤ ਵਧੀਆ ਮਿਲਦਾ ਵਾ, ਕੱਪੜੇ ਬੜੇ ਵਧੀਆ ਪਾਈਦੇ ਆ, ਤੇ ਲੋਕ ਬੜੀ ਜੈ ਜੈਕਾਰ ਕਰਦੇ ਆ। ਸਤਿਗੁਰੂ ਕਹਿੰਦੇ ਉਹ ਦੁਨੀਆ ਦਾ ਮਾਣ ਇਕੱਠਾ ਹੋਇਆ ਸਭ ਵਿਅਰਥ ਮੰਨ, ਜੇ ਤਿੰਨੇ ਅਵਸਥਾ 'ਚ ਬੰਦਗੀ ਨਹੀਂ ਕੀਤੀ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸਾਰਾ ਸਤਿਕਾਰ ਵਿਅਰਥ ਵਾ, ਭਾਵੇਂ ਲੋਕ ਜੀ ਆਏ ਆ ਕਹਿੰਦੇ ਆ, ਫੁੱਲਾਂ ਦੇ ਹਾਰ ਵੀ ਪਾਉਂਦੇ ਆ, ਖਾਣ ਨੂੰ ਵੀ ਬੜਾ ਵਧੀਆ ਮਿਲਦਾ ਹੈ, ਤੇ ਸਤਿਗੁਰੂ ਕਹਿੰਦੇ ਬੰਦਗੀ ਤੋਂ ਬਿਨਾਂ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਬੜਾ ਡੂੰਘਾ ਬਚਨ ਹੈ ਜਿਹੜਾ ਧ੍ਰਿਗ ਆ। ਇਹਦਾ ਅਰਥ ਮਹਾਂਪੁਰਖਾਂ ਨੇ ਕੀਤਾ ਵਾ, 100 ਵਾਰੀ ਫਿਟੇ ਮੂੰਹ ਆਖੀਏ ਤੇ ਇੱਕ ਲਾਹਨਤ ਬਣਦੀ ਹੈ, ਤੇ 100 ਲਾਹਨਤ ਦੀ ਇੱਕ ਧ੍ਰਿਗ ਬਣਦੀ ਹੈ। ਇੰਨੀ ਵਾਰੀ ਫਿਟੇ ਮੂੰਹ ਕਹਿਣਾ। ਮਹਾਰਾਜ ਕਹਿੰਦੇ ਫਿਟੇ ਮੂੰਹ ਖਾਣ ਨੂੰ, ਫਿਟੇ ਮੂੰਹ ਸੌਣ ਨੂੰ, ਕੱਪੜਿਆਂ ਨੂੰ ਵੀ ਲਾਹਨਤਾਂ ਜੇ ਬੰਦਗੀ ਨਹੀਂ ਤੇ, ਜੇ ਸਿਮਰਨ ਨਹੀਂ ਕਰਦਾ ਤੇ ਹੋਰ ਜਿੰਨਾ ਮਰਜ਼ੀ ਮਾਣ ਚੁੱਕੀ ਫਿਰਦਾ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਧ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਕੌਣ ਕੁਮਾਤੀ ਉਰਜਾਨਾ। ਮਹਾਰਾਜ ਕਹਿੰਦੇ ਕਿਹੜੀ ਖੋਟੀ ਮੱਤ ਦੇ ਵਿੱਚ ਫਸਿਆ ਹੋਇਆ ਹੈ। ਮਾਨਸ ਜਨਮ ਦਿਓ ਜੇ ਠਾਕੁਰ। ਇਹ ਗੱਲ ਨੂੰ ਵੀ ਚੇਤੇ ਰੱਖ ਵੀ ਜਿਸ ਠਾਕੁਰ ਮਾਲਕ ਨੇ ਰਚਨਾ ਪਾਲਣਾ ਲੈਤਾ ਕਰਨ ਵਾਲੇ ਪ੍ਰਭੂ ਨੇ ਤੈਨੂੰ ਮਾਨਸ ਜਨਮ ਦਿੱਤਾ ਹੈ। ਉਹ ਤਾਂ ਕਿਉਂ ਬਿਸਰਾਇਓ। ਮਹਾਰਾਜ ਕਹਿੰਦੇ ਹੇ ਜੀਵ, ਤੂੰ ਉਸ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ, ਕਿਉਂ ਭੁਲਾਇਆ ਹੋਇਆ, ਜਿਸ ਨੇ ਤੈਨੂੰ ਇਹ ਮਨੁੱਖਾ ਦੇਹ ਦਿੱਤੀ ਹੈ। ਇਹ ਆਪਣੇ ਆਪ ਥੋੜ੍ਹਾ ਮਿਲ ਗਈ ਕਿਤੇ, ਆਪੇ ਤੇ ਨਹੀਂ ਤੂੰ ਬੰਦਾ ਬਣ ਗਿਆ, ਆਪੇ ਤੇ ਨਹੀਂ ਪੈਦਾ ਹੋ ਗਿਆ, ਪਰਮੇਸ਼ਰ ਨੇ ਭੇਜਿਆ ਤੇ ਤਾਂ ਤੂੰ ਆਇਆ। ਉਸ ਵਾਹਿਗੁਰੂ ਨੇ ਤੈਨੂੰ ਇਹ ਮਾਨਸ ਦੇਹ ਦਿੱਤੀ, ਉਹਦਾ ਸ਼ੁਕਰਾਨਾ ਕਰਿਆ ਕਰ ਜਿੰਨੇ ਇਹ ਦੇਹ ਦਿੱਤੀ ਹੈ। ਤਾਂ ਸਤਿਗੁਰੂ ਕਹਿੰਦੇ ਕਿਉਂ ਤੂੰ ਉਸ ਪ੍ਰਭੂ ਨੂੰ ਭੁਲਾ ਦਿੱਤਾ ਹੈ। ਮੁਕਤ ਹੋਤ ਨਰ ਜਾ ਕੈ ਸਿਮਰੈ। ਜਿਸ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਮੁਕਤ ਹੋ ਜਾਂਦਾ ਹੈ,
ਇਹਦੇ ਬੰਧਨ ਕੱਟੇ ਜਾਂਦੇ ਹਨ। ਨਿਮਕ ਨਾਤਾ ਕੋ ਗਾਇਓ। ਤੇ ਤੂੰ ਨਿਮਖ ਮੱਤ ਰੱਖ ਝਮਕਣ ਜਿੰਨਾ ਸਮਾਂ ਵੀ ਉਸ ਵਾਹਿਗੁਰੂ ਨੂੰ ਨਹੀਂ ਗਾਇਆ ਹੈ, ਜਿਸ ਨੂੰ ਗਾਉਣ ਦੇ ਨਾਲ, ਜਿਸ ਨੂੰ ਜਪਣ ਦੇ ਨਾਲ ਤੇਰੇ ਬੰਧਨ ਕੱਟੇ ਜਾਣੇ ਸੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਈਰਖਾ, ਬਖੀਲੀ ਦੇ, ਜੰਮਣ ਮਰਨ ਦੇ, 84 ਲੱਖ ਜੂਨਾਂ ਦੇ, ਤੇ ਨਿਮਖ ਮਾਤਰ ਵੀ ਤੂੰ ਉਸ ਪ੍ਰਭੂ ਨੂੰ ਨਹੀਂ ਗਾਇਆ। ਮਾਇਆ ਕੋ ਮਦ ਕਹਾ ਕਰਤ ਹੈ। ਸਤਿਗੁਰੂ ਕਹਿੰਦੇ ਮਾਇਆ ਦਾ ਹੰਕਾਰ ਕੀ ਕਰਦਾ ਹੈ? ਵੀ ਮੇਰੇ ਕੋਲੇ ਰੁਪਈਏ ਬੜੇ ਜ਼ਿਆਦੇ ਆ, ਦੌਲਤ ਬਹੁਤ ਹੈ, ਕੀ ਮਾਇਆ ਦਾ ਹੰਕਾਰ ਕਰਦਾ? ਸਤਿਗੁਰੂ ਕਹਿੰਦੇ ਮਾਇਆ ਨਹੀਂ ਕਿਸੇ ਦੀ ਬਣੀ। ਇਹ ਮਾਇਆ ਜੜ ਚੇਤਨ ਮਾਇਆ, ਭਾਵੇਂ ਜ਼ਮੀਨ ਜਾਇਦਾਦ ਸਭ ਕੁਝ ਮਾਇਆ ਹੀ ਹੈ। ਤੇ ਸਤਿਗੁਰੂ ਕਹਿੰਦੇ ਜਿਸ ਆਸਣ ਤੇ ਅਸੀਂ ਬੈਠੇ ਇਹਦੇ ਤੇ ਬੜੇ ਬਹਿ ਕੇ ਚਲੇ ਗਏ, ਕਈ ਇਹਦੇ ਮਾਲਕ ਹੋ ਕੇ ਚਲੇ ਗਏ, ਕਈਆਂ ਨੇ ਹੋਣਾ ਹੈ। ਇਸ ਮਾਇਆ ਦਾ ਕੀ ਹੰਕਾਰ ਕਰਦਾ ਹੈ? ਮਦ ਨਾਮ ਹੰਕਾਰ ਦਾ ਕੀ ਨਸ਼ਾ ਕਰਦਾ ਹੈ? ਕੀ ਹੰਕਾਰ ਕਰਦਾ ਹੈ? ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਕਦੇ ਆ ਜਾਂਦੀ ਹੁੰਦੀ ਮਾਇਆ ਤੇ ਕਦੇ ਚਲੇ ਵੀ ਜਾਂਦੀ ਆ। ਜਦੋਂ ਬਹੁਤੀ ਆ ਜਾਣ ਤੇ ਲੋਕ ਬਹੁਤਾ ਜੀ ਆਇਆਂ ਕਹਿਣ ਲੱਗ ਪੈਂਦੇ, ਸਤਿਕਾਰ ਕਰਨ ਲੱਗ ਪੈਂਦੇ। ਜਦੋਂ ਚਲੀ ਜਾਵੇ ਫਿਰ ਕੋਈ ਪੁੱਛਦਾ ਨਹੀਂ। ਇਹ ਮਾਇਆ ਦਾ ਕੀ ਜ਼ਿਕਰ ਕਰਦਾ? ਇਹ ਤਾਂ ਵੱਡੇ ਵੱਡੇ ਕਾਰੂ ਬਾਦਸ਼ਾਹ ਵਰਗੇ। ਬਾਬਾ ਜੀ ਗਏ ਸੀ ਨਾ ਉੱਥੇ, ਸਿਪਾਹੀ ਕਹਿੰਦੇ ਜੀ ਉਹ ਮਿਲਣ ਨਹੀਂ ਦਿੰਦਾ ਕਾਰੂ ਬਾਦਸ਼ਾਹ। ਮਹਾਰਾਜ ਕਹਿੰਦੇ ਵੀ ਉਹਨੂੰ ਕਹੇ ਵੀ ਜਿਹੜੇ ਫਕੀਰ ਆਏ ਨਾ ਮਿਲਣ ਵਾਸਤੇ, ਉਹਨਾਂ ਨੇ ਤੇਰੇ ਤੋਂ ਕੁਝ ਲੈਣਾ ਨਹੀਂ, ਕੁਝ ਮੰਗਣਾ ਨਹੀਂ, ਤੈਨੂੰ ਦੇ ਤਾਂ ਭਾਵੇਂ ਕੁਝ ਜਾਣ, ਮੰਗਣ ਵਾਸਤੇ ਨਹੀਂ ਆਏ। ਤੇ ਉਹਨੂੰ ਕਹੋ ਵੀ ਬਾਹਰ ਆ ਕੇ ਸਾਨੂੰ ਵੱਡੇ ਦਰਵਾਜ਼ੇ ਤੇ ਮਿਲੇ। ਸਿਪਾਹੀਆਂ ਨੇ ਜਾ ਕੇ ਆਖਿਆ ਜੀ 3 ਮਹਾਂਪੁਰਖ ਆਏ ਆ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਨ। ਉਹ ਕਹਿੰਦੇ ਵੀ ਅਸੀਂ ਕੁਝ ਲੈਣਾ ਨਹੀਂ, ਕੁਝ ਮੰਗਣਾ ਨਹੀਂ, ਇੱਕ ਵਾਰੀ ਆ ਕੇ ਮਿਲ। ਬੜਾ ਜ਼ਾਲਮ ਬਾਦਸ਼ਾਹ ਸੀ, ਕਬਰਾਂ ਪਟਾ ਕੇ ਰੁਪਈਏ ਕਢਾ ਲਏ ਸੀ ਮੁਰਦਿਆਂ ਦੇ ਮੂੰਹਾਂ ਚੋਂ ਇਹਨੇ। ਜਦੋਂ ਬਾਹਰ ਆਇਆ ਤੇ ਸਤਿਗੁਰੂ ਜੀ ਬੈਠੇ ਆ, ਨਿੱਕੇ ਨਿੱਕੇ ਰੋੜ ਇਕੱਠੇ ਕਰਕੇ ਆਪਣੇ ਚੋਲੇ 'ਚ ਪਾ ਰਹੇ ਆ। ਘੜੇ ਦੀਆਂ ਠੀਕਰੀਆਂ ਤੋੜ ਕੇ, ਮਹਾਰਾਜ ਸਾਹਿਬ ਜੀ ਉੱਥੇ ਠੀਕਰੀਆਂ ਪਈਆਂ ਸੀ, ਉਹ ਤੋੜ ਤੋੜ ਕੇ ਪਾਈ ਜਾਂਦੇ। ਕਹਿੰਦਾ ਫਕੀਰੋ ਇਹ ਕੀ ਕਰਦੇ ਹੋ? ਮਹਾਰਾਜ ਕਹਿੰਦੇ ਤੇਰੇ ਸਾਹਮਣੇ ਹੀ ਆ, ਕੀ ਕਰਦੇ ਆ? ਠੀਕਰੀਆਂ ਇਕੱਠੀਆਂ ਕਰ ਰਹੇ ਆ। ਕਾਹਦੇ ਵਾਸਤੇ? ਕਹਿੰਦੇ ਪ੍ਰਲੋਕ 'ਚ ਨਾਲ ਲੈ ਕੇ ਜਾਵਾਂਗੇ। ਕਹਿੰਦੇ ਫਕੀਰੋ ਮਸਤਾਨੇ ਹੀ ਹੋ, ਤੁਹਾਨੂੰ ਪਤਾ ਨਹੀਂ ਪ੍ਰਲੋਕ 'ਤੇ ਸਰੀਰ ਵੀ ਨਹੀਂ ਨਾਲ ਜਾਂਦਾ। ਤੇ ਸਤਿਗੁਰੂ ਕਹਿੰਦੇ ਤੈਨੂੰ ਪਤਾ ਵੀ ਸਰੀਰ ਨਹੀਂ ਨਾਲ ਜਾਂਦਾ? ਇਹ ਗੱਲ ਨਿਸ਼ਚਾ ਹੈ ਕਿ ਉਂਝ ਹੀ ਕਹਿ ਦਿੱਤੀ ਹੋ? ਕਹਿੰਦਾ ਜੀ ਪਤਾ ਵਾ, ਉੱਥੇ ਤਾਂ ਸਰੀਰ ਵੀ ਨਹੀਂ ਨਾਲ ਜਾਂਦਾ। ਤੇ ਕਹਿੰਦੇ ਫਿਰ ਆ ਪਾਪ ਕਰਕੇ 40 ਗੰਜ ਕਿਉਂ ਜੋੜ ਕੇ ਰੱਖੇ ਹੀ ਮਾਇਆ ਦੇ? ਫਿਰ ਇੰਨਾ ਜ਼ੁਲਮ ਕਿਉਂ ਕੀਤਾ ਹੀ ਪਰਜਾ ਦੇ ਉੱਤੇ? ਫਿਰ ਕਿਉਂ ਪਾਪ ਕਮਾਇਆ ਹੀ ਜੇ ਸਰੀਰ ਨਹੀਂ ਜਾਂਦਾ? ਐਸਾ ਬਚਨ ਕੀਤਾ, ਐਸੀ ਜੁਗਤੀ, ਐਸਾ ਢੰਗ ਤਰੀਕਾ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਸ਼ਬਦ ਦਾ ਬਾਣ ਵਾਇਆ ਕਾਲਜੇ ਨੂੰ ਚੀਰ ਗਿਆ। ਉਸੇ ਵੇਲੇ ਚਰਨਾਂ ਤੇ ਢਹਿ ਪਿਆ। ਹੰਕਾਰ ਦਾ ਨਸ਼ਾ ਚੜਿਆ ਹੋਇਆ ਸੀ, ਉਤਰ ਗਿਆ। ਮਾਫੀ ਮੰਗੀ। ਸਤਿਗੁਰੂ ਕਹਿੰਦੇ ਜਿੱਥੋਂ ਲੁੱਟਿਆ ਇਹ ਪਰਮੇਸ਼ਰ ਦੇ ਨਾਂ ਤੇ, ਖੁਦਾ ਦੇ ਨਾਂ ਤੇ ਲੰਗਰ ਲਾ ਦੇ, ਪਰਜਾ ਵਿੱਚ ਵੰਡ ਦੇ। ਫਿਰ ਥਾਂ ਥਾਂ ਤੇ ਉਹਨੇ ਲੰਗਰ ਲਾਏ ਸੀ। ਤਾਂ ਸਤਿਗੁਰੂ ਕਹਿੰਦੇ ਮਾਇਆ ਦਾ ਭਾਈ ਕੀ ਹੰਕਾਰ ਕਰਦਾ ਹੈ? ਸੰਗ ਨਾ ਕਾਹੂ ਜਾਈ। ਇਹਦੇ ਵਿੱਚੋਂ ਇੱਕ ਕੌਡੀ ਵੀ ਨਾਲ ਨਹੀਂ ਜਾਣੀ, ਕੋਈ ਰੁਪਈਆ ਧੇਲਾ ਨਾਲ ਨਹੀਂ ਜਾਣਾ। ਮਾਇਆ ਗੁਜਾਨ ਤੇ ਹੈ, ਪਰ ਨਾਲ ਨਾਮ ਨਹੀਂ ਜਾਣਾ, ਜਾਂ ਚੰਗੇ ਮਾੜੇ ਕਰਮ ਜਾਣਗੇ। ਇਹ ਸੰਸਾਰ ਵਿੱਚ ਗੁਜ਼ਾਰੇ ਵਾਸਤੇ ਹੈ, ਇਹਦਾ ਹੰਕਾਰ ਨਾ ਕਰ। ਇਹਦੇ ਚੋਂ ਨਾਲ ਕੁਝ ਨਹੀਂ ਜਾਵੇਗਾ। ਜਦੋਂ ਸਵਾਸ ਪੂਰੇ ਹੋ ਜਾਂਦੇ ਆ, ਜਿਹੜੇ ਥੋੜੇ ਬਹੁਤੇ ਹੁੰਦੇ ਆ ਨਾ, ਕੋਈ ਰੁਪਈਏ ਜੇਬ ਚੋਂ ਵੀ ਕੱਢ ਲੈਂਦੇ, ਮਗਰੋਂ ਨਾਲ ਕੀ ਜਾਣਾ। ਭਗਤ ਕਬੀਰ ਸਾਹਿਬ ਜੀ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ, ਲਈ ਲਗੋਟੀ ਤੋਰ। ਤੋੜ ਲੈਂਦੇ ਲਗੋਟੀ ਨਾਲ ਵੀ ਜਿਹੜੇ ਬੰਨੇ ਹੋਣ। ਤਾਂ ਕਹਿੰਦੇ ਸੰਗ ਨਾ ਕਾਹੂ ਜਾਈ, ਨਾਲ ਕੁਝ ਨਹੀਂ ਜਾਵੇਗਾ। ਨਾਨਕ ਕਹਿਤ ਚੇਤ ਚਿੰਤਾ ਮਨ। ਇਹ ਭਾਈ ਜੇ ਮਨ ਦੀਆਂ ਚਿੰਤਾ ਦੂਰ ਕਰਨੀਆਂ, ਮਨ ਦੀਆਂ ਚਿਤਵਣੀਆਂ ਪੂਰੀਆਂ ਕਰਨੀਆਂ, ਤੇ ਫਿਰ ਚਿੰਤਾਮਣੀ ਸਰੂਪ ਪਰਮੇਸ਼ਰ ਹੈ, ਉਸ ਦਾ ਨਾਮ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰ। ਹੋਏ ਹੈ ਅੰਤ ਸਹਾਈ। ਪ੍ਰਭੂ ਦਾ ਨਾਮ ਅੰਤ ਵੇਲੇ ਸਹਾਈ ਹੋਵੇਗਾ, ਹੋਰ ਕਿਸੇ ਨੇ ਸਹਾਈ ਨਹੀਂ ਹੋਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ,
ਮਾਨੂਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ। ਜਿਸ ਵੇਲੇ ਸਵਾਸ ਪੂਰੇ ਹੋਣੇ ਆ ਤੇ ਅੰਤ ਵੇਲਾ ਨਾਮ ਤੇਰਾ ਰੱਖਕ ਬਣੇਗਾ, ਨਾਮ ਸਹਾਈ ਹੋਵੇਗਾ। ਇਹ ਨਾਵੇਂ ਪਾਤਸ਼ਾਹੀ ਦੇ ਰਾਮਕਲੀ ਰਾਗ ਵਿੱਚ ਸਾਧ ਸੰਗਤ ਜੀ 3 ਸ਼ਬਦ ਆਏ ਹਨ। ਇੱਥੇ ਤੀਜੇ ਸ਼ਬਦ ਦੀ ਸਮਾਪਤੀ ਹੋਈ ਹੈ। ਅੱਗੇ ਰਾਮਕਲੀ ਰਾਗ ਦੀਆਂ ਅਸ਼ਟਪਦੀਆਂ ਆਰੰਭ ਹੋਣਗੀਆਂ। ਇਹ 902 ਅੰਗ ਤੋਂ ਗਰੀਬ ਨਵਾਜ ਸਾਹਿਬ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਮਾਇਆ ਕੋ ਮਨ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।